स्वागत। मैं हरजिंदर सिंह रंधावा, तुसीं देख रहे हो पंजाब टैलीविजन और मेरे नाल ने सरदार हमीर सिंह जी, संपादक पंजाब टैलीविजन और सीनियर जर्नलिस्ट सरदार जगतार सिंह जी, जिहड़े कि हिस्टोरीਅਨ भी ने। मैं जी आया आखदा। थैंक यू जी। शुक्रिया जी। ਜਦੋਂ ਗੱਲ ਆਪਣੇ ਸ਼ੋਬੇ ਨਾਲ ਜੁੜੀ ਕਰਨੀ ਹੋਵੇ ਤਾਂ ਇੱਕ ਅਜੀਬ ਤਰ੍ਹਾਂ ਦੀ ਝਿਜਕ ਵੀ ਤਾਰੀ ਹੋ ਜਾਂਦੀ ਹੈ। ਵਿਜੀਲੈਂਸ ਜਿਹੜੀ ਅੱਜ ਕੱਲ੍ਹ ਕਾਫੀ ਸਰਗਰਮ ਹੈ ਔਰ ਅੱਜ ਦੇ ਦਿਨ ਦੀਆਂ ਡਿਵੈਲਪਮੈਂਟਸ ਦੇ ਵਿੱਚ ਦੋ ਵੱਡੀਆਂ ਖਬਰਾਂ ਨੇ। ਕਾਫੀ ਬਹਿਸ ਸੀ, ਲਗਾਤਾਰ ਚੱਲ ਰਹੀ ਸੀਗੀ ਕਿ ਪਠਾਨਕੋਟ ਦੇ ਨੇੜੇ ਨਰੋਟ ਜੈਮਲ ਸਿੰਘ ਦੇ ਵਿੱਚ ਲਗਭਗ 100 ਏਕੜ ਜ਼ਮੀਨ ਖਾਸ ਲੋਕਾਂ ਦੇ ਨਾਂ ਕਰਤੀ ਗਈ, ਉਹ ਵੀ ਉਸ ਅਧਿਕਾਰੀ ਵੱਲੋਂ ਜਿਹਨੇ 5 ਕੁ ਦਿਨ ਦੇ ਵਿੱਚ ਰਿਟਾਇਰ ਹੋ ਜਾਣਾ ਸੀ ਔਰ 3 ਪ੍ਰਮੋਸ਼ਨਾਂ ਉਹਦੇ ਨਾਂ ਹੋ ਗਈਆਂ। ਇਸ ਸਾਰੀ ਪ੍ਰਕਿਰਿਆ ਨੂੰ ਕਿਨੇ ਕਿਨੇ ਸਿਰੇ ਚਾੜਿਆ, ਬਹਿਸ ਉੱਥੇ ਨਹੀਂ ਸਿਮਟੀ ਅਜੇ ਜਾ ਕੇ, ਲੇਕਿਨ ਵਿਜੀਲੈਂਸ ਇਹਦੇ ਵਿੱਚ 8 ਲੋਕਾਂ ਦੇ ਖਿਲਾਫ ਪਰਚਾ ਦਰਜ ਕਰ ਲੈਂਦੀ ਹੈ, ਜਿਹਦੇ ਵਿੱਚ ਉਹ ਵੀ ਅਧਿਕਾਰੀ ਸ਼ਾਮਲ ਹੈ ਜਿਸ ਨੇ ਇਹ ਸਾਰੀ ਅਲਾਟਮੈਂਟ ਕੀਤੀ ਆ, ਜਿਹਦੇ ਕੋਲ ਏਡੀਸੀ ਡਿਵੈਲਪਮੈਂਟ ਦਾ ਵਾਧੂ ਚਾਰਜ ਸੀਗਾ ਔਰ 2 ਔਰਤਾਂ ਇਹਦੇ ਵਿੱਚ ਗ੍ਰਿਫਤਾਰ ਕਰ ਲਈਆਂ ਜਾਂਦੀਆਂ। ਮੈਂ ਜਦੋਂ ਆਪਣੇ ਸ਼ੋਬੇ ਦੀ ਗੱਲ ਕਰ ਰਿਹਾ ਤਾਂ ਉਹ ਗੱਲ ਹੈ ਅਜੀਤ ਪ੍ਰਕਾਸ਼ਨ ਸਮੂਹ ਦੇ ਪ੍ਰਬੰਧਕੀ ਸੰਪਾਦਕ ਡਾਕਟਰ ਬਰਜਿੰਦਰ ਸਿੰਘ ਹਮਦਰਦ ਨੂੰ ਤਲਬ ਕੀਤੇ ਜਾਣ ਨਾਲ ਸੰਬੰਧਿਤ। ਡਾਕਟਰ ਬਰਜਿੰਦਰ ਸਿੰਘ ਹਮਦਰਦ ਵਿਜੀਲੈਂਸ ਦੇ ਘੇਰਿਆਂ 'ਚ ਨੇ ਔਰ ਜੰਗੇ ਆਜ਼ਾਦੀ ਯਾਦਗਾਰ ਜਿਹਦੇ ਕਿ ਉਹ ਕਰਤਾ ਧਰਤਾ ਸੀਗੇ, 2 ਸਰਕਾਰਾਂ ਵੱਲੋਂ ਉਹਨਾਂ ਨੂੰ ਇਹ ਜ਼ਿੰਮੇਵਾਰੀ ਸੌਂਪੀ ਗਈ ਸੀ, ਉਹਦੇ ਵਿੱਚ ਬੇਨਿਯਮੀਆਂ, ਕਥਿਤ ਬੇਨਿਯਮੀਆਂ ਦਾ ਜ਼ਿਕਰ ਹੈ। ਵਿਜੀਲੈਂਸ ਕਾਫੀ ਦੇਰ ਤੋਂ ਸ਼ਾਂਤ ਸੀ ਔਰ ਮੰਨਿਆ ਜਾ ਰਿਹਾ ਸੀਗਾ ਕਿ ਇਹ ਚੁੱਪ ਕਿਸ ਤਰ੍ਹਾਂ ਦੀ ਚੁੱਪ ਹੈ ਔਰ ਕਈ ਵਿਅਕਤੀ ਤਾਂ ਇਸ ਤਰ੍ਹਾਂ ਦਾ ਵੀ ਜ਼ਿਕਰ ਕਰਦੇ ਸੀ ਕਿ ਕਿਤੇ ਸਰਕਾਰਾਂ ਜਿਹੜੇ ਵੱਡੇ ਪਬਲਿਸ਼ਿੰਗ ਹਾਊਸ ਹੁੰਦੇ ਆ ਉਹਨਾਂ ਨਾਲ ਸਮਝੌਤਿਆਂ 'ਚ ਵੀ ਆ ਜਾਂਦੀਆਂ ਕਿ ਕਿਤੇ ਇਸ ਤਰ੍ਹਾਂ ਦੀ ਕੋਈ ਸਮਝੌਤਾ ਐਕਸਪ੍ਰੈਸ ਤਾਂ ਨਹੀਂ ਚੱਲੀ। ਲੇਕਿਨ ਵਿਜੀਲੈਂਸ ਵੱਲੋਂ ਡਾਕਟਰ ਬਰਜਿੰਦਰ ਸਿੰਘ ਹਮਦਰਦ ਤੇ ਉਹਨਾਂ ਦੇ ਨਾਲ ਲਗਭਗ 6 ਹੋਰ ਲੋਕਾਂ ਨੂੰ, ਇੱਕ ਆਈਐਸ ਅਫਸਰ ਵਿਜੇ ਬਬਲਾਨੀ ਔਰ 6 ਕਾਰਜਕਾਰੀ ਇੰਜੀਨੀਅਰਸ ਨੂੰ PWD ਦੇ ਬੁਲਾਇਆ ਗਿਆ। ਹੁਣ ਇਹਦੇ ਤੇ ਐਸੇ ਕੁਝ ਜਿਹੜੇ ਨਿਕਲ ਕੇ ਬਾਹਰ ਆ ਰਹੇ ਆ, ਵਿਜੀਲੈਂਸ ਦੇ ਅੰਦਰੂਨੀ ਘੇਰਿਆਂ ਚੋਂ ਸਰੋਤ ਪੁਖਤਾ ਕਰ ਰਹੇ ਨੇ ਕਿ ਇਹਦੇ ਵਿੱਚ ਲਗਾਤਾਰ ਜਾਂਚ ਚੱਲ ਰਹੀ ਸੀਗੀ ਔਰ ਜਾਂਚ ਵੀ ਇਸ ਤਰੀਕੇ ਨਾਲ ਕਿ ਗੋਦਰੇਜ ਕੰਪਨੀ ਕੋਲ ਜਿਹੜੇ ਟੈਂਡਰ ਸੀ 10 ਗੈਲਰੀਆਂ ਨੂੰ ਕੰਪਲੀਟ ਕਰਦੇ ਸੀ, 6 ਕਰਨ ਤੋਂ ਬਾਅਦ 4 ਦਾ ਕੰਮ ਰਹਿੰਦਾ ਸੀ ਲੇਕਿਨ ਪੇਮੈਂਟ ਪੂਰੀ ਕਰਤੀ ਗਈ। ਇਹਦੇ ਵਿੱਚ ਅਸੀਂ ਕੋਈ ਪੁਖਤਾ ਤਰੀਕੇ ਨਾਲ ਕਹਿਣ ਦੇ ਸਮਰੱਥ ਨਹੀਂ ਹੈ ਲੇਕਿਨ ਕਥਿਤ ਦੋਸ਼ ਇਹ ਨੇ। ਔਰ ਦੂਜਾ ਮਾਮਲਾ ਕਿ ਬਹੁਤ ਸਾਰੀਆਂ ਹੋਰ ਕੰਪਨੀਆਂ ਨੂੰ ਵੀ ਕੰਮ ਅਲਾਟ ਹੋਏ ਸੀਗੇ ਔਰ ਉਹ ਕੰਮ ਪੂਰੇ ਨਾ ਹੋਏ ਲੇਕਿਨ ਬਾਅਦ ਦੇ ਵਿੱਚ ਹੋਰ ਕੰਪਨੀਆਂ ਨੂੰ ਠੇਕੇ ਦੇ ਕੇ ਉਹਨਾਂ ਤੋਂ ਉਹ ਕੰਮ ਕਰਵਾਏ ਗਏ। ਮਤਲਬ ਕਰੋੜਾਂ ਦੀਆਂ ਕਥਿਤ ਬੇਨਿਯਮੀਆਂ ਦਾ ਜ਼ਿਕਰ ਹੋ ਰਿਹਾ ਔਰ ਛਣ ਕੇ ਖਬਰਾਂ ਆ ਰਹੀਆਂ ਨੇ। ਬਰਜਿੰਦਰ ਸਿੰਘ ਹਮਦਰਦ ਇਹਦੇ ਵਿੱਚ ਕਿਸ ਤਰੀਕੇ ਨਾਲ ਕਥਿਤ ਦੋਸ਼ੀ ਨੇ, ਇਹਦੇ ਬਾਰੇ ਕੋਈ ਗੱਲ ਕਹਿਣੀ ਸਮੇਂ ਤੋਂ ਪਹਿਲਾਂ ਦੀ ਗੱਲ ਹੋਊਗੀ, ਲੇਕਿਨ ਇਹ ਕਾਫੀ ਅਹਿਮ ਆ ਕਿ ਕੱਲ ਉਹਨਾਂ ਨੂੰ ਤਲਬ ਕੀਤਾ ਗਿਆ ਕਿ ਉਹ ਜਾਣਗੇ ਜਾਂ ਨਹੀਂ। ਆਪਾਂ ਇਹਨਾਂ ਦੋਨਾਂ ਚੀਜ਼ਾਂ ਦੇ ਉੱਤੇ ਜਾਣਦੇ ਆ। ਜਿਹੜੀ ਗੱਲ ਪਠਾਨਕੋਟ ਨਾਲ ਜੁੜੀ ਆ ਉਹ ਵੀ ਅਹਿਮ ਆ। ਉਹਦੇ ਵਿੱਚ 2 ਮੰਤਰੀ ਸ਼ਾਮਲ ਨੇ, ਇੱਕ ਸੀਨੀਅਰ ਆਈਐਸ ਅਫਸਰ ਜਿਹੜੇ ਕਿ ਹੁਣ ਰਾਜ ਭਵਨ 'ਚ ਬੈਠੇ ਨੇ, ਉਹਨਾਂ ਦਾ ਜ਼ਿਕਰ ਹੈ ਕਿ ਉਹਨਾਂ ਨੇ ਕੋਈ ਆਪਣੀ ਜ਼ਿੰਮੇਵਾਰੀ ਕਿਉਂ ਨਹੀਂ ਨਿਭਾਈ। ਜਿੱਥੋਂ ਤੱਕ ਕਟਾਰੂ ਚੱਕ ਸਾਹਿਬ ਦਾ ਸਵਾਲ ਹੈ, ਜੇਕਰ ਉਹਨਾਂ ਨੇ ਬਤੌਰ ਮੰਤਰੀ ਕੋਈ ਰਿਕਮੈਂਡੇਸ਼ਨ ਕੀਤੀ ਸੀ ਤਾਂ ਜਿਸ ਮੰਤਰੀ ਨੇ ਅਪਰੂਵਲ ਦੇਣੀ ਸੀ, ਆਰਡਰ ਕਰਨੇ ਸੀ, ਉਹਨਾਂ ਨੇ ਕੀ ਨਿਯਮ ਨਹੀਂ ਦੇਖੇ ਔਰ ਜਿਹੜੇ ਆਈਐਸ ਅਫਸਰ ਕਿਤੇ ਸਾਈਨ ਕਰਨ ਲੱਗਿਆ 100 ਵਾਰੀ ਸੋਚਦੇ ਆ, ਉਹਨਾਂ ਨੇ ਇੰਨੀ ਕਾਲੀ ਵਿੱਚ ਫਾਈਲਾਂ ਕਿਉਂ ਕੱਢੀਆਂ। ਤੇ ਤੀਜਾ ਮਾਮਲਾ ਬਹੁਤ ਅਹਿਮ ਆ। ਪਿਛਲੇ ਦਿਨਾਂ ਦੇ ਵਿੱਚ ਸੁਪਰੀਮ ਕੋਰਟ ਵੱਲੋਂ ਇੱਕ ਆਦੇਸ਼ ਹੋਇਆ ਸੀਗਾ ਕਿ ਅਹਿਮ ਨਿਯੁਕਤੀਆਂ ਜਿਵੇਂ ਕਿ ਭਾਰਤ ਦੇ ਮੁੱਖ ਚੋਣ ਕਮਿਸ਼ਨਰ ਜਾਂ ਕਮਿਸ਼ਨਰ ਲਾਉਣ ਵੇਲੇ ਜਾਂ ਇਹੋ ਜਿਹੀਆਂ ਹੋਰ ਨਿਯੁਕਤੀਆਂ ਦੇ ਵਿੱਚ ਜਦੋਂ ਇੱਕ ਪੈਨਲ ਫਾਈਨਲ ਕਰਦਾ ਇਹਨਾਂ ਚੀਜ਼ਾਂ ਨੂੰ, ਪ੍ਰਧਾਨ ਮੰਤਰੀ, ਵਿਰੋਧੀ ਧਿਰ ਦੇ ਆਗੂ ਤੇ ਨਾਲ ਉਹਨਾਂ ਦੇ ਚੀਫ ਜਸਟਿਸ ਆਫ ਇੰਡੀਆ ਵੱਲੋਂ ਇਹ ਫਾਈਨਲ ਕੀਤੀਆਂ ਜਾਂਦੀਆਂ ਸੀਗੀਆਂ ਨਿਯੁਕਤੀਆਂ। ਅੱਜ ਇੱਕ ਬਿੱਲ ਪ੍ਰਸਤੁਤ ਹੁੰਦਾ, ਪੇਸ਼ ਹੁੰਦਾ ਹੈ ਪਾਰਲੀਮੈਂਟ ਦੇ ਵਿੱਚ, ਉਹ ਵੀ ਦਿਲਚਸਪ ਹੈ। ਕੀ ਹੁਣ ਇਹਨਾਂ ਮਾਮਲਿਆਂ ਦੇ ਵਿੱਚ ਚੀਫ ਜਸਟਿਸ ਆਫ ਇੰਡੀਆ ਨਹੀਂ ਬੈਠਣਗੇ? ਸਰਕਾਰ ਨੂੰ ਕੋਈ ਫਿਕਰ ਵੱਧ ਗਈ? ਸਰਦਾਰ ਹਮੀਰ ਸਿੰਘ ਜੀ ਉੱਤੇ ਗੱਲ ਕਰਨਗੇ। ਸਭ ਤੋਂ ਪਹਿਲਾਂ ਸਰਦਾਰ ਹਮੀਰ ਸਿੰਘ ਜੀ, ਆਪਾਂ ਚੱਲਦੇ ਹਾਂ ਜਲੰਧਰ। ਡਾਕਟਰ ਸਾਧੂ ਸਿੰਘ ਹਮਦਰਦ ਅਜੀਤ ਨੂੰ ਸ਼ੁਰੂ ਕਰਦੇ ਨੇ ਔਰ ਅੱਜ ਅਜੀਤ ਇੱਕ ਬਹੁਤ ਵੱਡਾ ਪ੍ਰਕਾਸ਼ਨ ਸਮੂਹ ਹੈ। ਬਰਜਿੰਦਰ ਸਿੰਘ ਹਮਦਰਦ ਉਹਦੇ ਕਰਤਾ ਧਰਤਾ ਨੇ ਔਰ ਸਭ ਕੁਝ ਹੀ ਨੇ। ਉਹਨਾਂ ਨੂੰ ਵਿਜੀਲੈਂਸ ਦੇ ਗੇੜਿਆਂ ਦੇ ਵਿੱਚ ਆਪਾਂ ਦੇਖ ਰਹੇ ਹਾਂ। ਪਿਛਲੇ ਦਿਨਾਂ 'ਚ ਸਾਰੀਆਂ ਪਾਰਟੀਆਂ, ਸਮੁੱਚੀ ਸਿਆਸਤ ਪੰਜਾਬ ਦੀ ਉਹਨਾਂ ਦੇ ਹੱਕ 'ਚ ਖੜੀ ਹੋ ਗਈ ਸੀ, ਲੇਕਿਨ ਕੱਲ ਫਿਰ ਉਹਨਾਂ ਨੂੰ ਤਲਬ ਕੀਤਾ ਗਿਆ। ਕੀ ਵਿਜੀਲੈਂਸ ਸਾਰੇ ਹੋਮਵਰਕ ਤੋਂ ਬਾਅਦ ਇੱਕ ਵਾਰੀ ਪੇਸ਼ ਹੋ ਰਹੀ ਹੈ? ਤੁਸੀਂ ਇਹਨੂੰ ਕਿਵੇਂ ਦੇਖ ਰਹੇ ਹੋ? ਇਹ ਪਿਛਲੇ ਦਿਨਾਂ 'ਚ ਇਹ ਠੰਡੇ ਬਸਤੇ 'ਚ ਸੀਗਾ, ਇੱਕ ਵਾਰੀ ਫਿਰ ਇਹ ਮੂਰਲੀਆਂ ਸਫਾਂ 'ਚ ਆ ਗਿਆ ਮਾਮਲਾ। ਅਸਲ ਦੇ ਵਿੱਚ ਲੱਗਦਾ ਇਹ ਸੀਗਾ ਕਿ ਪਿਛਲੇ ਸਮੇਂ ਦੇ ਵਿੱਚ ਇੱਕ ਤਾਂ ਪਬਲਿਕ ਪ੍ਰੈਸ਼ਰ ਵੀ ਬਣਿਆ, ਆਪੋਜੀਸ਼ਨ ਪਾਰਟੀਆਂ ਆਈਆਂ, ਉਦੋਂ ਬਾਅਦ ਮੈਮੋਰੰਡਮਾਂ ਦਾ ਦੌਰ ਚੱਲਿਆ ਡਿਪਟੀ ਕਮਿਸ਼ਨਰਾਂ ਨੂੰ ਦੇਣ ਦਾ, ਕੱਟ ਕਰ
ਉਹਦੇ ਚ ਹਾਲਾਂਕਿ ਆਪੋਜੀਸ਼ਨ ਪਾਰਟੀਆਂ ਨਾਲੋਂ ਜ਼ਿਆਦਾ ਅਕਾਲੀ ਦਲ ਦੇ ਵਰਕਰ ਹੀ ਦਿਖਾਈ ਦਿੱਤੇ ਕੰਪੈਰੇਟਿਵਲੀ। ਇੱਕ ਹਾਈ ਕੋਰਟ ਵੀ ਜਦੋਂ ਚਲੇ ਗਏ, ਹਾਈ ਕੋਰਟ ਨੇ ਵੀ ਕੁਝ ਗੱਲਾਂ ਕੀਤੀਆਂ, ਤੁਸੀਂ ਅਰੈਸਟ ਨਹੀਂ ਕਰ ਸਕਦੇ, ਉਹਨਾਂ ਤੋਂ ਮੰਗਵਾ ਸਕਦੇ ਹੋ ਉੱਤਰ, ਜਿਹੜੇ ਬਾਕੀ ਨੇ ਉਹਨਾਂ ਨੂੰ ਉੱਥੇ ਨਹੀਂ ਬੁਲਾਉਣਾ, ਜੇ ਕੁਝ ਰੋਕਾਂ ਇੱਕ ਟਾਈਪ ਦੀਆਂ ਲੱਗ ਗਈਆਂ। ਉਦੋਂ ਤੋਂ ਬਾਅਦ ਵਿਜੀਲੈਂਸ ਥੋੜੇ ਠੰਡੀ ਦਿਖਾਈ ਦੇ ਰਹੀ ਸੀ, ਜਿਹਦੇ ਚੋਂ ਇਹ ਅੰਦਾਜ਼ੇ ਜ ਲੱਗਣੇ ਸ਼ੁਰੂ ਹੋ ਗਏ ਸੀ ਵੀ ਉਹ ਸਾਰਾ ਮਾਹੌਲ ਜਿਹੜਾ ਵਾਕਿਆ ਲੰਘਿਆ ਪਿਛਲੇ ਮਹੀਨੇ 2 ਮਹੀਨੇ ਲਗਭਗ ਇਸ ਪ੍ਰੋਸੈਸ ਨੂੰ ਹੋ ਗਏ, ਐਵੇਂ ਲੱਗਦਾ ਸੀ ਵੀ ਸ਼ਾਇਦ ਹੁਣ ਸ਼ਾਂਤ ਹੋ ਗਿਆ ਕੋਈ। ਮਤਲਬ ਕਈ ਵਾਰ ਇਹ ਹੋ ਜਾਂਦਾ ਵੀ ਅੱਗੇ ਵੀ ਨਾ ਵਧਾਓ, ਪਿੱਛੇ ਵੀ ਨਾ, ਆਪਣੇ ਮੌਤ ਆਪ ਮਰ ਜਾਂਦੀਆਂ ਨੇ ਚੀਜ਼ਾਂ, ਜੇਕਰ ਇੱਕ ਵਾਰ ਸ਼ੁਰੂ ਤਾਂ ਕਰ ਲਓ, ਰੌਲਾ ਰੱਪਾ ਪੈਂਦਾ ਤੇ ਬੈਠ ਜਾਂਦੀਆਂ ਨੇ। ਪਰ ਹੁਣ ਨਵੀਂ ਸਮਨਿੰਗ ਜਿਹੜੀ ਹੈ ਇਹ ਇੱਕ ਗੱਲ ਦੱਸਦੀ ਹੈ ਵੀ ਜਾਂ ਤਾਂ ਵਿਜੀਲੈਂਸ ਨੇ ਕੁਝ ਹੋਰ ਕੋਸ਼ਿਸ਼ਾਂ ਕੀਤੀਆਂ ਨੇ, ਇਹਦਾ ਮਤਲਬ ਪਹਿਲਾਂ ਓਡੀ ਅਜੇ ਤਿਆਰੀ ਨਹੀਂ ਕੀਤੀ ਸੀ ਸ਼ੁਰੂਆਤੀ ਦੌਰ ਦੇ ਵਿੱਚ, ਪਹਿਲਾਂ ਇੱਕ ਜਨਰਲ ਗੱਲਾਂ ਹੋਣਗੀਆਂ ਤੇ ਹੁਣ ਸ਼ਾਇਦ ਕੋਈ ਪੁਖਤਾ ਗੱਲਾਂ ਕਰਕੇ ਬੁਲਾਉਣ ਦੀ ਟਰਾਈ ਹੋ ਰਹੀ ਹੈ, ਉਹ ਉਸ ਲੈਵਲ ਦੀ ਕੀਤੀ ਗਈ ਹੋਏਗੀ। ਔਰ ਦੂਜੀ ਗੱਲ, ਜੇਕਰ ਉਹਨਾਂ ਨੂੰ ਲੱਗਦਾ ਹੋਏਗਾ ਇਹ ਕਿ ਹੁਣ ਸਾਡੇ ਕੋਲ ਪੁਖਤਾ ਨੇ, ਜੇ ਹਾਈ ਕੋਰਟ ਵੀ ਕਹੂਗੀ ਵੀ ਇਹ ਤਾਂ ਆ ਕੇ ਉਹ ਕਰਨੀਆਂ ਪੈਣਗੀਆਂ, ਸਾਨੂੰ ਦੱਸਣਾ ਪਏਗਾ। ਵਿਜੀਲੈਂਸ ਦਾ ਲੌਜਿਕ ਇਹ ਹੈ ਜਿਹੜਾ ਅੱਜ ਦਾ ਨੋਟਿਸ ਹੈ ਲੱਗਦਾ ਉਸ ਮਾਮਲੇ 'ਚ, ਕਿ ਜਿਹੜੇ ਸਵਾਲ ਕੀਤੇ ਗਏ ਸੀ, ਜਿਹੜੇ ਸਵਾਲ ਭੇਜੇ ਜਾਂਦੇ ਨੇ, ਉਹਨਾਂ ਦੇ ਜਵਾਬ, ਉਹਨਾਂ ਦੇ ਵਿੱਚੋਂ ਇਹਦਾ ਜਵਾਬ ਨਹੀਂ ਆਏ, ਇਹਦੇ ਜਵਾਬ ਨਹੀਂ ਆਏ ਤਾਂ ਅਸੀਂ, ਸਾਡੇ ਲਈ ਬਣਾਉਣਾ ਜ਼ਰੂਰੀ ਹੋ ਗਿਆ। ਇਹ ਲੌਜਿਕ ਇੱਕ ਉਹਨਾਂ ਦਾ ਉਸ ਲੈਵਲ ਤੇ ਖੜਦਾ ਜਾ ਕੇ ਬਾਕੀ ਗੱਲਾਂ ਦੇ ਵਿੱਚ। ਹੁਣ ਇਹ ਇਹਨਾਂ ਦੇ ਵੀ ਜਵਾਬ ਦਿੱਤੇ ਜਾਂ ਨਹੀਂ ਦਿੱਤੇ, ਇਹ ਤਾਂ ਵਿਜੀਲੈਂਸ ਦਾ ਕਹਿਣਾ। ਤੇ ਬਰਜਿੰਦਰ ਸਿੰਘ ਹੋਣੀ ਜਾਂ ਬਾਕੀ ਜਿਹੜੇ ਉਸ ਧਿਰ ਦੇ ਵਿੱਚ ਬੰਦੇ ਨੇ, ਵਿਜੇ ਬਬਲਾਨੀ ਜਾਂ ਬਾਕੀ, ਉਹਨਾਂ ਨੇ ਦਿੱਤੇ ਨੇ ਤਾਂ ਹੋ ਸਕਦਾ ਹੈ ਸੰਤੁਸ਼ਟੀ ਨਾ ਹੋਵੇ, ਜੇ ਨਹੀਂ ਉਹ ਦਿੱਤੇ ਤਾਂ ਇਹਦਾ ਮਤਲਬ ਉਹਦੇ ਰੀਜਨ ਕੀ ਨੇ, ਉਹ ਇੱਕ ਅਲੱਗ ਗੱਲ ਹੈ। ਹਜੇ ਇੱਕ ਸਾਈਡ ਇਹ ਕਹਿ ਰਹੀ ਹੈ ਇਹਨਾਂ ਦੇ ਜਵਾਬ ਨਹੀਂ ਮਿਲੇ, ਦੂਜੀ ਸਾਈਡ ਦੇ ਦੇਤੇ ਹੋਣ ਜਵਾਬ, ਇਹ ਅਜੇ ਪਤਾ ਨਹੀਂ। ਪਰ ਇਹ ਆਪਣੇ ਆਪ 'ਚ ਇੱਕ ਇੰਪੋਰਟੈਂਟ ਗੱਲ ਹੋ ਜਾਂਦੀ ਹੈ। ਇੱਕ ਤਾਂ ਇਹ ਮਤਲਬ ਕਿ ਮਾਮਲਾ ਬੰਦ ਨਹੀਂ ਹੋਇਆ ਤੇ ਮਾਮਲਾ ਤਾਂ ਚੱਲ ਰਿਹਾ ਹੈ ਉਸੇ ਪੱਧਰ ਦੇ ਉੱਤੇ। ਹੁਣ ਦੂਜੀ ਗੱਲ ਇਹਦੇ ਤੋਂ ਇਹ ਵੀ ਨਜ਼ਰ ਆਏਗੀ ਕਿ ਅਗਲੇ ਦਿਨਾਂ 'ਚ ਸਰਦਾਰ ਬਰਜਿੰਦਰ ਸਿੰਘ ਉਹਨਾਂ ਨੇ ਜੋ ਪਹਿਲਾਂ ਇੱਕ ਓਫੈਂਸਿਵ ਐਟੀਟਿਊਡ ਦਿਖਾਇਆ ਸੀਗਾ, ਸਭ ਨੂੰ ਨਾਲ ਲੈਣ ਦਾ, ਸਾਰੀਆਂ ਪਾਰਟੀਆਂ ਉਹਨਾਂ ਕੋਲ ਦਾ ਇਕੱਠ ਕਰਨ ਦਾ, ਉੱਥੇ ਆਪਣੀ ਗੱਲ ਰੱਖਣ ਦਾ, ਫਿਰ ਬਾਕੀ ਦੀਆਂ ਜਗ੍ਹਾ ਤੇ ਜਾ ਕੇ ਮੈਮੋਰੰਡਮ ਦਵਾਉਣ ਦਾ, ਇਦੋਂ ਬਾਅਦ ਉਹਨਾਂ ਦੀ ਰਣਨੀਤੀ ਕੀ ਹੋਏਗੀ, ਜਿਹੜੀ ਪਬਲਿਕ ਰਣਨੀਤੀ ਹੈ, ਇੱਕ ਤਾਂ ਪਬਲਿਕ ਪਲੇਸ ਤੇ ਹੋਏਗੀ, ਦੂਜਾ ਲੀਗਲ ਸਾਈਡ ਹੋਏਗੀ। ਕੀ ਕੋਈ ਲੀਗਲ ਆਪਸ਼ਨ ਵੀ ਅਜੇ ਬਚੀ ਹੋਏਗੀ ਕਿ ਉਹ ਹਾਈ ਕੋਰਟ ਜਾਂ ਕਿਤੇ ਜਾ ਸਕਣਗੇ ਵੀ ਦੇਖੋ ਮੈਨੂੰ ਬੁਲਾ ਰਹੇ ਨੇ, ਮੈਂ ਨਹੀਂ ਜਾਣਾ, ਜਾਂ ਕੋਈ ਗੱਲ ਹੈ ਇਸ ਲੈਵਲ ਦੀ ਕੋਈ ਨਹੀਂ ਹੈ, ਉਹ ਕੀ ਹੋਣਗੀਆਂ, ਮਤਲਬ ਉਹ ਆਪਣੇ ਆਪ ਦੇ ਵਿੱਚ ਇੰਪੋਰਟੈਂਟ ਨੇ। ਤੀਜੀ ਗੱਲ ਇਹ ਹੈ ਵੀ ਜੋ ਕੱਲ ਫਿਰ ਵੀ ਨਹੀਂ ਆਉਂਦੇ ਜਾਂ ਨਹੀਂ ਦੱਸਦੇ ਉਸ ਮਾਮਲੇ ਦੇ ਉੱਤੇ, ਤਾਂ ਵਿਜੀਲੈਂਸ ਕੀ ਕਰੂਗੀ? ਵਿਜੀਲੈਂਸ ਰੇਡ ਕਰੂਗੀ, ਉਹਨਾਂ ਦੀ ਜਾ ਕੇ ਪੁੱਛਗਿੱਛ ਕਰੂਗੀ, ਕੋਈ ਹੋਰ ਗੱਲ ਕਰੇਗੀ। ਇਸ ਲਈ ਕੱਲ ਦਾ ਦਿਨ ਜਿਹੜਾ ਇੱਕ ਆਪਦੇ ਆਪ 'ਚ ਇੱਕ ਮਹੱਤਵਪੂਰਨ ਗੱਲ ਉਸ ਲੈਵਲ ਤੇ ਮੰਨੀ ਜਾਂਦੀ ਹੈ, ਕਿਉਂਕਿ ਬਹੁਤ ਪ੍ਰੋਮੀਨੈਂਟ ਇੱਕ ਹਸਤੀ ਹੈ ਤੇ ਦੂਸਰੇ ਪਾਸੇ ਵਿਜੀਲੈਂਸ ਨੇ ਵੀ ਉਹਨੂੰ ਹੱਥ ਪਾਇਆ ਉਸ ਪੱਧਰ ਦੇ ਉੱਤੇ, ਤੇ ਇਸ ਕਰਕੇ ਇੰਟਰਸਟਿੰਗ ਕੇਸ ਹੈ। ਤੇ ਦੂਜੀ ਗੱਲ, ਉਹਦੇ 'ਚ ਇੱਕ ਮਿਕਸਚਰ ਵੀ ਹੈ, ਮਿਕਸਚਰ ਪ੍ਰੈਸ ਨਾਲ ਸੰਬੰਧਿਤ ਵੀ ਹੈ ਕਿ ਤੁਸੀਂ ਅਜੀਤ ਅਖਬਾਰ ਨੂੰ ਜਾਂ ਅਜੀਤ ਪਬਲੀਕੇਸ਼ਨ ਤੇ ਵਾਰ ਕਰਨ ਦੇ ਬਾਰੇ ਤੁਸੀਂ ਇਹ ਗੱਲਾਂ ਕਰ ਰਹੇ ਹੋ, ਨਹੀਂ ਤਾਂ ਸ਼ਾਇਦ ਨਾ ਛੋੜਦੇ, ਇਹ ਲੌਜਿਕ ਵੀ ਹੈ ਨਾਲ। ਕਾਫੀ ਧਿਰਾਂ ਤਾਂ ਇਹਨੂੰ ਲੈ ਕੇ ਚੱਲ ਰਹੀਆਂ ਨੇ ਨਾ, ਜਿਹੜੀਆਂ ਬਰਜਿੰਦਰ ਸਿੰਘ ਦੇ ਨਾਲ ਜੁੜੀਆਂ ਨੇ, ਚਾਹੇ ਆਪੋਜੀਸ਼ਨ ਧਿਰਾਂ ਨੇ ਜਿਹੜੀਆਂ ਵੀ ਹੈਗੀਆਂ, ਉਹਦਾ ਲੌਜਿਕ ਤਾਂ ਪ੍ਰੈਸ ਦੀ ਫਰੀਡਮ ਦੇ ਵਿੱਚ ਆ ਕੇ ਲੌਜਿਕ ਦੇ ਤਹਿਤ ਨਾਲ ਖੜਦੀਆਂ ਨੇ। ਦੂਜੇ ਮਾਮਲੇ ਤੇ ਨਹੀਂ ਉਹ ਬੋਲੀਆਂ ਕਦੇ ਵੀ, ਜਿਹੜਾ ਮਾਮਲਾ ਅਸਲ 'ਚ ਇਹ ਹੈ ਉਹ ਕੀ ਹੈ ਕੀ ਨਹੀਂ ਹੈ। ਔਰ ਇਹ ਅੱਗੇ ਨੂੰ ਵੀ ਮੇਰਾ ਖਿਆਲ ਹੈ ਇਹ ਇੱਕ ਇੰਪੋਰਟੈਂਟ ਗੱਲ ਹੋਏਗੀ ਆਉਣ ਵਾਲੇ ਦਿਨਾਂ ਦੇ ਵਿੱਚ, ਕਿ ਜਿਹੜੀਆਂ ਸਰਕਾਰੀ ਜਿਹੜੀਆਂ ਯਾਦਗਾਰਾਂ ਹੋਣ, ਪ੍ਰੋਜੈਕਟ ਹੋਣ ਜਾਂ ਵੱਖ-ਵੱਖ ਕਿਸਮ ਦੇ ਚੱਕਰ ਬਾਕੀ ਦੇ ਹੋਣ, ਤਾਂ ਪ੍ਰੈਸ ਨਾਲ ਜੁੜੇ ਜਿਹੜੇ ਸੰਬੰਧਿਤ ਵੱਡੀਆਂ ਸ਼ਖਸੀਅਤਾਂ ਹੋਣਗੀਆਂ, ਉਹ ਕਿਸ ਤਰ੍ਹਾਂ ਉਹਦੇ ਨਾਲ ਰਾਬਤਾ ਰੱਖਣਾ ਚਾਹੀਦਾ, ਜੁੜਨਾ ਚਾਹੀਦਾ, ਨਹੀਂ ਜੁੜਨਾ ਚਾਹੀਦਾ, ਇਹ ਵੀ ਸਵਾਲ ਇਹਦੇ ਨਾਲ ਕਾਫੀ ਪੁਖਤਾ ਰੂਪ 'ਚ ਚਰਚਾ 'ਚ ਆਉਂਦੇ ਨੇ ਔਰ ਆਉਣਗੇ ਆਉਣ ਵਾਲੇ ਦਿਨਾਂ ਦੇ ਵਿੱਚ ਜੀ। ਇਹ ਕਾਫੀ ਵੱਡਾ ਮਾਮਲਾ ਹੈ ਕਿ ਇੱਕ ਉਹ ਹਸਤੀ ਜਿਹਦਾ ਅਸਰ ਸਟੇਟ ਦੀ ਹਰ ਸਿਆਸਤ ਤੇ ਰਿਹਾ ਔਰ ਲਗਭਗ ਹਰ ਮਾਮਲੇ ਦੇ ਵਿੱਚ ਇੱਕ ਰਾਏ ਰਹੀ ਅਜੀਤ ਸਮੂਹ ਦੀ, ਖਾੜਕੂਵਾਦ ਉਸ ਤੋਂ ਪਹਿਲਾਂ ਔਰ ਉਸ ਤੋਂ ਬਾਅਦ ਲਗਾਤਾਰ ਸਿਆਸਤ ਨੂੰ ਨਿਰਧਾਰਤ ਕਰਨ ਵਾਲਾ ਇਹ ਪ੍ਰਕਾਸ਼ਨ ਸਮੂਹ ਅੱਜ ਜਦੋਂ ਪ੍ਰਸ਼ਨਾਂ ਦੇ ਘੇਰੇ 'ਚ ਹੈ। ਸਰਦਾਰ ਜਗਤਾਰ ਸਿੰਘ ਜੀ, ਤੁਸੀਂ ਤਾਂ ਉਮਰ ਭਰ ਚੀਜ਼ਾਂ ਨੂੰ ਦੇਖਿਆ, ਕ੍ਰਿਟੀਕਲ ਨਜ਼ਰੀਏ ਤੋਂ ਦੇਖਿਆ, ਮੈਂ ਤੁਹਾਡੇ ਤੋਂ ਸਮਝਣਾ ਚਾਹੁੰਦਾ ਕਿ ਰਣਨੀਤਿਕ ਨਜ਼ਰੀਏ ਤੋਂ ਵਿਜੀਲੈਂਸ ਨੇ ਜਿਹੜਾ ਇਹ ਨਵਾਂ ਪੈਂਤੜਾ ਅਖਤਿਆਰ ਕੀਤਾ, ਜਿਹੜੀਆਂ ਚੀਜ਼ਾਂ ਮੈਂ ਦੇਖ ਰਿਹਾ ਬਾਹਰ ਆ ਰਹੀਆਂ ਨੇ, ਕੁਦਰਤੀ ਤੌਰ ਤੇ ਇਹ ਪਹਿਲਾਂ ਕਾਫੀ 3-4 ਚੀਜ਼ਾਂ ਬਾਹਰ ਆ ਗਈਆਂ ਨੇ ਕਿ ਉਹ 'ਚ ਬੇਨਿਯਮੀਆਂ ਪੁਖਤਾ ਹੋ ਰਹੀਆਂ ਜੀ। ਇਹ ਵਿਜੀਲੈਂਸ ਦੇ ਸਰੋਤ ਪੁਖਤਾ ਕਰ ਰਿਹਾ ਔਰ
ਇਹ ਬਹੁਤ ਸਾਰੇ ਮੀਡੀਆਈ ਹਲਕਿਆਂ ਦੇ ਵਿੱਚ ਇਹ ਜਾ ਰਹੀਆਂ ਨੇ ਗੱਲਾਂ ਕਿ ਜਿਹੜਾ ਸਮਨਿੰਗ ਹੋਈ ਆ ਉਹਦੇ ਵਿੱਚ ਜਿਹੜੇ ਆਧਾਰ ਬਣਾਏ ਗਏ ਨੇ ਕਿ ਜਿਵੇਂ ਸਰਦਾਰ ਹਰਮੀਤ ਸਿੰਘ ਜੀ ਨੇ ਕਿਹਾ ਕਿ ਜਵਾਬ ਤਸੱਲੀ ਬਖਸ਼ ਨਹੀਂ ਸੀਗੇ। ਹਾਈ ਕੋਰਟ ਨੇ ਵੀ ਇਹੀ ਕਿਹਾ ਸੀ ਕਿ ਤੁਸੀਂ ਉਹਨਾਂ ਨੂੰ ਲਿਸਟ ਭੇਜੋ, ਸਵਾਲ ਭੇਜੋ। ਇੱਕ ਤੋਂ ਵੱਧ ਵਾਰੀ ਸਵਾਲ ਭੇਜੇ ਗਏ ਔਰ ਸ਼ਾਇਦ ਜੇ ਰਾਤ ਦੇ ਰੂਪ ਚ ਦੇਖਿਆ ਜਾਵੇ ਤਾਂ ਉਹਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਗ੍ਰਿਫਤਾਰੀ ਤੋਂ ਪਹਿਲਾਂ ਦੱਸਣਾ ਪਊਗਾ। ਐਸੀ ਗੱਲ ਜਿਸ ਤਰ੍ਹਾਂ ਵਿਜੀਲੈਂਸ ਆਪਣੇ ਇਹ ਸਵਾਲ ਤੇ ਇਹ ਆਪਣੀਆਂ ਜਿਹੜੀਆਂ ਕੁਆਰੀਜ਼ ਨੇ ਉਹ ਪਬਲਿਕ ਚ ਆਈਆਂ ਨੇ, ਪ੍ਰੈਸ ਵਿੱਚ ਆਈਆਂ ਨੇ ਕਿ ਆਹ ਕਾਰਨ ਨੇ, ਗੈਲਰੀਆਂ, ਟੈਂਡਰ ਔਰ ਬਾਕੀ ਚੀਜ਼ਾਂ, ਇਹਦਾ ਮਤਲਬ ਹੈ ਕਿ ਕੱਲ ਨੂੰ ਕੋਰਟ ਦੇ ਵਿੱਚ ਇਹ ਚੀਜ਼ਾਂ ਦਰਸਾਈਆਂ ਜਾ ਸਕਣਗੀਆਂ ਕਿ ਇਹ ਬੇਨਿਯਮੀਆਂ ਔਰ ਇਹਨਾਂ ਦੇ ਜਵਾਬ ਨਹੀਂ ਆ ਰਹੇ, ਇਹਨਾਂ ਸਵਾਲਾਂ ਦੇ ਜਵਾਬ ਨਹੀਂ ਮਿਲ ਰਹੇ, ਸਾਡੇ ਕੋਲ ਕੋਈ ਦੂਜਾ ਰਸਤਾ ਨਹੀਂ। ਮੈਂ ਤੁਹਾਡੇ ਤੋਂ ਇਹੀ ਸਮਝਣਾ ਚਾਹੁੰਦਾ ਹੈ ਕਿ ਕੀ ਹੁਣ ਗ੍ਰਿਪ ਪਕੜ ਜਿਹੜੀ ਆ ਉਹ ਕੋਈ ਹੋਰ ਤਰ੍ਹਾਂ ਦੀ ਹੋ ਰਹੀ ਹੈ, ਗ੍ਰਿਫਤਾਰੀ ਦੀ ਸੰਭਾਵਨਾ ਵੀ ਹੋ ਸਕਦੀ ਹੈ ਜੇਕਰ ਇਹਦੇ ਵਿੱਚ ਸਰਦਾਰ ਬਰਜਿੰਦਰ ਸਿੰਘ ਹਮਦਰਦ ਇਹਨਾਂ ਸਵਾਲਾਂ ਦੇ ਜਵਾਬ ਦੇਣ ਤੋਂ ਕਿਸੇ ਵੀ ਪੱਧਰ ਦੇ ਉੱਤੇ ਚੁੱਕ ਜਾਂਦੇ ਆ ਜਾਂ ਉਹਨਾਂ ਤੋਂ ਚੂਕ ਹੋ ਜਾਂਦੀ ਹੈ ਤਾਂ ਫਿਰ ਵਿਜੀਲੈਂਸ ਦਾ ਅਗਲਾ ਪੈਂਤੜਾ ਗ੍ਰਿਫਤਾਰੀ ਹੋਊਗਾ ਜੀ। ਮੈਂ ਇਹ ਸਮਝਣਾ ਚਾਹੁੰਦਾ ਤੁਹਾਡੇ ਕੋਲ। ਬੇਸਿਕ ਗੱਲ ਜਿਹੜੀ ਲਗਾਤਾਰ ਚੱਲ ਰਹੀ ਹੈ ਕਿ ਇਹ ਕੇਸ ਸਿਰਫ ਕੋਈ ਬੇਨੀਮ ਜਾਂ ਆਪਣੇ ਕਰਪਸ਼ਨ ਜਿਹੜੀ ਇਹ ਮੈਮੋਰੀਅਲ ਹੈ ਉਹਦੇ ਨਾਲ ਸੰਬੰਧਿਤ ਹੈ ਜਾਂ ਉਹਦੇ ਪਿੱਛੇ ਜੜ ਦੇ ਵਿੱਚ ਕੋਈ ਹੋਰ ਸਮੱਸਿਆ ਹੈ। ਕਿਉਂਕਿ ਸਰਦਾਰ ਬਰਜਿੰਦਰ ਸਿੰਘ ਇੱਕ ਮੀਡੀਆ ਹਾਊਸ ਓਨ ਕਰਦੇ ਆ, ਇਸ ਕਰਕੇ ਇਹ ਇਸ਼ੂ ਖੜਾ ਹੁੰਦਾ ਹੈ ਕਿ ਉਸ ਮੀਡੀਆ ਹਾਊਸ ਦੀ ਇਸ ਪ੍ਰੈਜ਼ੈਂਟ ਸਰਕਾਰ ਨਾਲ ਕਿਤੇ ਕੋਈ ਕਨਫਰੰਟੇਸ਼ਨ ਇਨਡਾਇਰੈਕਟਲੀ ਆਈ। ਆਪਾਂ ਅਖਬਾਰ ਦੇਖਦੇ ਰਹਿੰਦੇ ਹਾਂ ਤੇ ਉਹਨਾਂ ਨੇ ਕੁਝ ਖਬਰਾਂ ਕ੍ਰਿਟੀਕਲ ਕੀਤੀਆਂ ਸੀ ਤੇ ਜਦੋਂ ਇਹਨਾਂ ਨੇ ਆਮ ਆਦਮੀ ਪਾਰਟੀ ਕਲੀਨਿਕ ਦੇ ਬੋਰਡ ਲਾਉਣੇ ਸ਼ੁਰੂ ਕੀਤੇ, ਪੁਰਾਣੇ ਜਿਹੜੇ ਪਬਲਿਕ ਹੈਲਥ ਸੈਂਟਰ ਸੀਗੇ ਉਹਨਾਂ ਨੇ ਖਬਰਾਂ ਕੀਤੀਆਂ ਸੀ। ਅੰਮ੍ਰਿਤਸਰ ਪੰਜ ਪਿਆਰਿਆਂ ਦੇ ਨਾਂ ਤੇ ਸੀ, ਸ਼ਾਇਦ ਕੋਈ ਉੱਤੇ ਵੀ ਬੋਰਡ ਚੇਂਜ ਕੀਤਾ ਜਦੋਂ ਕੁਛ ਐਸੇ ਸੀਗੇ। ਚਲੋ ਉਹ ਇਸ਼ੂ ਇੱਕ ਨਾਲ ਹੈਗਾ, ਜ਼ਰੂਰ ਉੱਠਦਾ ਹੁੰਦਾ ਇਹੋ ਜਿਹੇ ਮਾਮਲੇ ਵਿੱਚ। ਉਹ ਇੱਕ ਇਹ ਇੰਪ੍ਰੈਸ਼ਨ ਨਹੀਂ ਸਰਕਾਰ ਵੱਲੋਂ ਜਾਣਾ ਚਾਹੀਦਾ ਕਿ ਕਿਉਂਕਿ ਇਹ ਮੀਡੀਆ ਹਾਊਸ ਕ੍ਰਿਟੀਕਲ ਹੈ ਤੇ ਇਸ ਕਰਕੇ ਇਹ ਐਕਸ਼ਨ ਗਿਆ। ਲੇਕਿਨ ਇਹ ਇੰਪ੍ਰੈਸ਼ਨ ਆਮ ਲੋਕਾਂ ਦੇ ਵਿੱਚ ਗਿਆ ਹੋਇਆ ਹੈ ਕਿ ਗੱਲ ਸਿਰਫ ਕਰਪਸ਼ਨ ਦੀ ਨਹੀਂ ਹੈ, ਇੱਕ ਮੀਡੀਆ ਹਾਊਸ ਦੇ ਲਾਈਨ ਦੀ ਹੈ। ਜਲੰਧਰ ਦੇ ਅਖਬਾਰਾਂ ਦੀ ਇੱਕ ਬੜੀ ਵੱਡੀ ਸਮੱਸਿਆ ਬਹੁਤ ਪੁਰਾਣੀ ਚੱਲੀ ਆ ਰਹੀ ਹੈ। ਇਹ ਕਿਸੇ ਨਾ ਕਿਸੇ ਪਾਰਟੀ ਨਾਲ ਜਾਂ ਕਿਸੇ ਲੀਡਰ ਨਾਲ ਕਈ ਵਾਰੀ ਤੁਹਾਨੂੰ ਬਹੁਤ ਓਪਨਲੀ ਐਸੋਸੀਏਟ ਹੋਏ ਦਿਖਦੇ ਆ। ਉਹਦਾ ਕਾਰਨ ਇੱਕ ਹੋਰ ਵੀ ਹੈ, ਮਤਲਬ ਪੰਜਾਬੀ ਪ੍ਰੈਸ ਹੈ। ਪੰਜਾਬੀ ਪ੍ਰੈਸ ਦਾ ਪੁਰਾਣਾ ਲੈ ਲਓ 1920 ਤੋਂ ਜੋ ਤੋਂ ਅਖਬਾਰਾਂ ਸ਼ੁਰੂ ਹੁੰਦੀਆਂ, ਇੱਕ ਬਹੁਤ ਵੱਡਾ ਰੋਲ ਆਪਣੇ ਗੁਰਦੁਆਰਾ ਲਿਬਰੇਸ਼ਨ ਮੂਵਮੈਂਟ, ਅਕਾਲੀ ਸੰਘਰਸ਼ ਔਰ ਆਜ਼ਾਦੀ ਦੇ ਸੰਘਰਸ਼ ਦੇ ਵਿੱਚ ਵੀ ਲਗਾਤਾਰ ਰਿਹਾ ਹੈ ਔਰ ਇਹ ਉਰਦੂ ਪ੍ਰੈਸ ਦਾ ਰੋਲ ਵੀ ਰਿਹਾ ਹੈ। ਤੇ ਉਹਦੇ ਕਰਕੇ ਇਹ ਲੋਕ ਜਾਂ ਇਹ ਜਿਹੜੀਆਂ ਅਖਬਾਰਾਂ ਦੇ ਮਾਲਕ ਹੈਗੇ ਉਹ ਸਿਆਸੀ ਲੀਡਰਾਂ ਦੇ ਨੇੜੇ ਆ ਗਏ ਸੀ। ਅੰਗਰੇਜ਼ੀ ਅਖਬਾਰਾਂ ਦੇ ਵਿੱਚ ਨਾਰਮਲੀ ਇਹ ਸਮੱਸਿਆ ਨਹੀਂ ਖੜੀ ਹੁੰਦੀ, ਲੇਕਿਨ ਇਹਨਾਂ ਅਖਬਾਰਾਂ ਦੀ ਇਹ ਸਮੱਸਿਆ ਹੈਗੀ ਹੈ। ਸੋ ਇੱਕ ਜਿਹੜਾ ਉਹ ਰਿਲੇਸ਼ਨਸ਼ਿਪ ਹੈ ਉਹ ਇਹਨਾਂ ਨੂੰ ਕਈ ਵਾਰੀ ਸ਼ੱਕ ਦੇ ਘੇਰੇ ਵਿੱਚ ਲਿਆਉਂਦਾ ਹੈ ਜਦੋਂ ਨਿਜ਼ਾਮ ਬਦਲਦਾ ਹੈ। ਨਿਜ਼ਾਮ ਬਦਲਣ ਨਾਲ ਉਹਨਾਂ ਫਿਰ ਰਿਲੇਸ਼ਨ ਜਿਹੜੇ ਹੁੰਦੇ ਆ ਉਹ ਕਿਵੇਂ ਚੇਂਜ ਹੁੰਦੇ ਆ। ਹੁਣ ਇੱਕ ਲੈਵਲ ਤੇ ਹੋਰ ਵੀ ਦਿੱਕਤ ਹੈ, ਉਹ ਦਿੱਲੀ 'ਚ ਮੋਦੀ ਸਰਕਾਰ ਦੀ ਵੀ ਆ ਰਹੀ ਹੈ ਤੇ ਆਮ ਆਦਮੀ ਪਾਰਟੀ ਸਰਕਾਰ ਦੀ ਵੀ ਆ ਰਹੀ ਹੈ, ਇੱਥੇ ਵੀ ਉਹੀ ਗੱਲ ਆ ਰਹੀ ਹੈ। ਇਹ ਸਰਕਾਰਾਂ ਵਰਚੁਅਲੀ ਕ੍ਰਿਟਿਸਿਜ਼ਮ ਨੂੰ ਇੰਟੋਲਰੈਂਟ ਹੈ। ਇਹ ਲਗਾਤਾਰ ਕਿਹਾ ਜਾ ਰਿਹਾ ਹੈ ਕਿ ਮੀਡੀਆ ਤੇ ਇਸ਼ਤਿਹਾਰਾਂ ਦੇ ਥਰੂ ਇਨਡਾਇਰੈਕਟ ਪ੍ਰੈਸ਼ਰ ਪਾਇਆ ਜਾਂਦਾ ਹੈ, ਲੇਕਿਨ ਜਿਨ੍ਹਾਂ ਅਖਬਾਰਾਂ ਨੇ ਆਪਣਾ ਇੰਡੀਪੈਂਡੈਂਟ ਸਟੈਂਡ ਲੈਣਾ ਹੈ ਉਹ ਅੱਜ ਵੀ ਲੈ ਰਹੇ ਹੈ, ਉੱਥੇ ਕੋਈ ਰੌਲਾ ਨਹੀਂ। ਲੇਕਿਨ ਇਹ ਇੰਪ੍ਰੈਸ਼ਨ ਬਣ ਗਿਆ, ਖਾਸ ਕਰਕੇ ਜਿਹੜਾ ਵਿਜ਼ੂਅਲ ਮੀਡੀਆ, ਟੀਵੀ, ਯੂਟਿਊਬ ਚੈਨਲ, ਇਹਨਾਂ ਦਾ, ਕਿ ਇਹ ਪ੍ਰੈਸ਼ਰ ਥੱਲੇ ਆ ਜਾਂਦੇ ਆ, ਇਸ਼ਤਿਹਾਰ ਲੈਣੇ ਹੁੰਦੇ ਆ ਤਾਂ ਸਰਕਾਰ ਦੇ ਲਾਈਨ ਟੋ ਕਰਦੇ ਆ। ਸੋ ਸਰਕਾਰ ਨੂੰ ਇਹ ਜਿਹੜੀ ਐਪਰੀਹੈਂਸ਼ਨ ਹੈ ਲੋਕਾਂ ਦੇ ਦਿਮਾਗ ਦੇ ਵਿੱਚ, ਇੱਕ ਤਾਂ ਇਹ ਕਰਨੀ ਚਾਹੀਦੀ ਹੈ। ਦੂਜੀ ਗੱਲ, ਸਰਦਾਰ ਬਰਜਿੰਦਰ ਸਿੰਘ ਹਮਦਰਦ ਨੂੰ ਚਾਹੀਦਾ ਹੈ ਕਿ ਇਸ ਮਾਮਲੇ ਦੇ ਪੂਰੇ ਟਰਾਂਸਪੇਰੈਂਟ ਹੋ ਕੇ ਚੱਲਣ, ਉਹਨਾਂ ਬਾਰੇ ਵੀ ਸ਼ੱਕ ਦੀ ਗੁੰਜਾਇਸ਼ ਨਾ ਹੋਵੇ। ਜੇ ਸਰਕਾਰ ਨੇ ਉਹਨਾਂ ਨੂੰ ਕੁਝ ਸਵਾਲ ਕੀਤੇ ਹੈ ਉਹ ਕਲੀਅਰ ਕੱਟ ਜਵਾਬ ਸਰਕਾਰ ਨੂੰ ਵੀ ਦੇਣ ਤੇ ਉਹ ਜਵਾਬ ਤੇ ਸਵਾਲ ਲੋਕਾਂ ਦੀ ਕਚਹਿਰੀ ਦੇ ਵਿੱਚ ਵੀ ਰੱਖ ਦੇਣ ਤਾਂ ਕਿ ਕਿਸੇ ਨੂੰ ਕਿਸੇ ਗੱਲ ਦੀ ਗੁੰਜਾਇਸ਼ ਨਾ ਰਹੇ। ਜੇ ਇਹ ਸਵਾਲ ਜਵਾਬ ਪੂਰੇ ਕਲੀਅਰ ਨਹੀਂ ਹੁੰਦੇ ਤੇ ਅਗਲਾ ਜਿਹੜਾ ਸਟੈਪ ਹੈ ਉਹ ਅਰੈਸਟ ਹੋਇਆ ਕਰਦਾ ਹੈ, ਉਹਨੂੰ ਮੈਂ ਫਿਰ ਰੂਲ ਆਊਟ ਨਹੀਂ ਕਰਦਾ। ਲੇਕਿਨ ਇਹ ਡਿਪੈਂਡ ਕਰੇਗਾ ਕਿ ਇਹ ਕੇਸ ਪ੍ਰੋਸੀਡ ਕਿਵੇਂ ਕਰਦਾ ਹੈ।
ਜੇ ਇਨਕੁਆਇਰੀ ਦੇ ਵਿੱਚ ਗੱਲਾਂ ਕਲੀਅਰ ਨਹੀਂ ਹੁੰਦੀਆਂ ਤੇ ਗੱਲ ਕਸਟੋਡੀਅਲ ਇੰਟਰੋਗੇਸ਼ਨ ਤੇ ਜਾ ਸਕਦੀ ਹੈ, ਉਹ ਅਵਾਇਡ ਕਰਨੀ ਚਾਹੀਦੀ ਹੈ। ਬਿਲਕੁਲ ਠੀਕ ਹੈ। ਔਰ ਇਹਦੇ ਵਿੱਚ ਇਹ ਵੀ ਗੱਲ ਬੜੀ ਕਲੀਅਰ ਹੈ, ਜਦੋਂ ਅਸੀਂ ਦੂਜੇ ਕੇਸ ਨੂੰ ਅੱਗੇ ਵਧਾਵਾਂਗੇ, ਕੁਲਦੀਪ ਸਿੰਘ ਡੀਡੀਪੀਓ ਜਿਹੜੇ ਬਾਅਦ ਚ ਏਡੀਸੀ ਦੇ ਚਾਰਜ ਨਾਲ ਰਿਟਾਇਰ ਹੋਏ, ਕਿ ਕੀ ਜਿਹੜੇ ਲੋਕ ਮਿਨਿਸਟਰ ਪੱਧਰ ਤੇ ਬੈਠੇ ਨੇ ਜਾਂ ਜਿਹੜੇ ਫਾਈਨੈਂਸ਼ੀਅਲ ਕਮਿਸ਼ਨਰ ਦੇ ਪੱਧਰ ਤੇ ਬੈਠੇ ਨੇ, ਜੇ ਉਹਨਾਂ ਦੀ ਜ਼ਿੰਮੇਵਾਰੀ ਤੈਅ ਹੁੰਦੀ ਹੈ, ਸਰਦਾਰ ਬਰਜਿੰਦਰ ਸਿੰਘ ਹਮਦਰਦ ਤਾਂ ਮੁੱਢਲੇ ਤੌਰ ਤੇ ਮੋਟੇ ਤੌਰ ਤੇ ਮੰਨਿਆ ਜਾਂਦਾ ਕਿ ਉਹ ਕਿਸੇ ਕਰਪਸ਼ਨ 'ਚ ਸ਼ਾਮਲ ਕਿਉਂ ਹੋਣਗੇ। ਇੱਕ ਆਰਥਿਕ ਤੌਰ ਤੇ ਵੀ ਸਮਰੱਥ ਹੈਗੇ ਨੇ, ਉਹਨਾਂ ਦੀ ਅਖਬਾਰ ਦਾ ਬਿਜ਼ਨਸ ਵੀ ਅੱਛਾ ਹੈ, ਔਰ ਉਹ ਇਸ ਤਰ੍ਹਾਂ ਦੀ ਕਿਸੇ ਵੀ ਪ੍ਰੈਕਟਿਸਿਸ ਦੇ ਵਿੱਚ ਕਿਉਂ ਜਾਣਗੇ, ਇਹ ਸਵਾਲ ਉੱਠਦਾ ਹੈ। ਹਾਲਾਂਕਿ ਜਾਂਚ ਦੇ ਵਿਸ਼ੇ ਆ, ਔਰ ਕਿਸੇ ਨੂੰ ਵੀ ਕਲੀਨ ਚਿੱਟ ਜਾਂ ਕਿਸੇ ਬਾਰੇ ਵੀ ਇਸ ਤਰ੍ਹਾਂ ਦੀ ਗੱਲ ਕਰਨੀ ਮੈਨੂੰ ਲੱਗਦਾ ਹੈ ਕਿ ਇਹ ਗਲਤ ਹੋਊਗੀ। ਪਰ ਜਦੋਂ ਤੁਸੀਂ ਕਿਸੇ ਸੰਸਥਾ ਦੇ ਮੁਖੀ ਵਜੋਂ ਚੱਲ ਰਹੇ ਹੋ ਤਾਂ ਥੱਲੇ ਕੀ ਹੋ ਰਿਹਾ, ਕਿਉਂ ਹੋ ਰਿਹਾ, ਜੇ ਤੁਹਾਡੇ ਕਿਤੇ ਦਸਤਖਤ ਹੈ ਨੇ ਜਾਂ ਜ਼ੁਬਾਨੀ ਵਰਬਲ ਤੁਸੀਂ ਉਹਦੇ 'ਚ ਸ਼ਾਮਲ ਹੋ, ਕੁਝ ਕਿਹਾ ਹੈ, ਤੁਸੀਂ ਉਹਦੇ ਵਿੱਚੋਂ ਕੁਝ ਲਿਆ ਜਾਂ ਨਹੀਂ ਲਿਆ, ਜੇ ਬੇਨਿਯਮੀਆਂ ਸਾਹਮਣੇ ਆਉਂਦੀਆਂ ਤਾਂ ਜ਼ਿੰਮੇਵਾਰੀ ਫਿਕਸ ਹੋ ਜਾਂਦੀ ਹੈ। ਸੋ ਕਈ ਵਾਰੀ ਅਹੁਦੇ ਜਿਹੜੇ ਕਿ ਬਹੁਤ ਤੁਹਾਨੂੰ ਚਮਕਾਉਂਦੇ ਨੇ, ਹਾਲਾਂਕਿ ਬਰਜਿੰਦਰ ਸਿੰਘ ਹਮਦਰਦ ਵਰਗੇ ਵਿਅਕਤੀਆਂ ਨੂੰ ਕਿਸੇ ਹੋਰ ਚਮਕ ਨਾਲ ਚਮਕਣ ਦੀ ਲੋੜ ਨਹੀਂ ਸੀਗੀ, ਨਹੀਂ, ਉਹਨਾਂ ਨੇ ਰਾਜ ਸਭਾ ਲੈ ਕੇ ਛੱਡੀ ਸੀ। ਇਹਦਾ ਮਤਲਬ ਉਹਨਾਂ ਦੀਆਂ ਖਾਹਿਸ਼ਾਂ ਕੁਝ ਰਹਿੰਦੀਆਂ ਨੇ, ਲੇਕਿਨ ਕਈ ਵਾਰੀ ਉਹ ਤੁਹਾਨੂੰ ਫਸਾ ਵੀ ਦਿੰਦੀ ਹੈ। ਵੈਸੇ ਵਿਜੀਲੈਂਸ ਦੇ ਚੀਫ ਵਰਿੰਦਰ ਕੁਮਾਰ ਜਦੋਂ ਪਿਛਲੇ ਦਿਨਾਂ 'ਚ ਕਨਸੋਆਂ ਚੱਲ ਰਹੀਆਂ ਸੀਗੀਆਂ ਕਿ ਠੰਡੇ ਬਸਤੇ 'ਚ ਚਲੇ ਗਿਆ, ਕੋਈ ਪ੍ਰੈਸ਼ਰ ਆ ਗਿਆ, ਤਾਂ ਆਮ ਜਾਣਕਾਰ ਇਹ ਮੰਨਦੇ ਸੀ ਕਿ ਵਰਿੰਦਰ ਕੁਮਾਰ ਦੀ ਕਾਰਜਸ਼ੈਲੀ ਬੜੀ ਕਲੀਅਰ ਆ ਔਰ ਬਹੁਤੀ ਵਾਰੀ ਉਹ ਪ੍ਰੈਸ਼ਰ ਥੱਲੇ ਨਹੀਂ ਆਉਂਦੇ, ਬਹੁਤੀ ਵਾਰੀ ਸਰਕਾਰ ਵੀ ਉਹਨਾਂ ਨੂੰ ਇਸ ਤਰ੍ਹਾਂ ਦੇ ਮਾਮਲਿਆਂ ਦੇ ਵਿੱਚ ਦਖਲ ਨਹੀਂ ਦਿੰਦੀ, ਬੜੇ ਇੰਡੀਪੈਂਡੈਂਟ ਤੌਰ ਤੇ ਉਹ ਕੰਮ ਕਰਦੇ ਨੇ। ਸਰਦਾਰ ਹਮੀਰ ਸਿੰਘ ਜੀ, ਮੈਂ ਅਗਲਾ ਮਾਮਲਾ ਜਿਹੜਾ FIR ਦੇ ਰੂਪ ਵਿੱਚ ਆ, FIR ਨੰਬਰ 26 ਜਿਹੜੀ ਮੈਂ ਦੇਖ ਰਿਹਾ, ਔਰ ਇਹ ਧਰਾਵਾਂ ਵੀ ਇਹਦੇ ਵਿੱਚ ਲਾਈਆਂ ਹੋਈਆਂ ਜਿਹੜੀਆਂ ਇਹ ਵਿਜੀਲੈਂਸ ਬਿਊਰੋ ਰੇਂਜ ਅੰਮ੍ਰਿਤਸਰ ਵੱਲੋਂ ਕੀਤੀ ਗਈ ਆ, ਕੱਲ ਦੇ ਦਿਨ 'ਚ ਕੀਤੀ ਗਈ ਆ 9/8 ਨੂੰ, ਔਰ ਇਹਦੇ ਵਿੱਚ 409 420 120 ਵੀ IPC ਲਾਈ ਗਈ ਆ, ਔਰ ਦੂਜੀ ਮਾਦੇ ਦੇ ਵਿੱਚ 13(1)A ਔਰ 13(2) ਇਹ ਵੀ ਹੈਗੀਆਂ। ਇਹ ਹੈਗੀ ਆ PC ਐਕਟ 1988 ਜਿਹੜਾ ਅਮੈਂਡਡ ਹੈ 2018 ਦੇ ਵਿੱਚ, ਔਰ ਹੋਰ ਵੀ ਕਈ ਧਾਰਾਵਾਂ ਲਾਈਆਂ ਗਈਆਂ ਨੇ। ਔਰ ਇਹਦੇ ਵਿੱਚ ਆਪਾਂ ਜੇ ਇਹ ਦੇਖੀਏ ਕਿ ਕੁਲਦੀਪ ਸਿੰਘ DDPO ਰਿਟਾਇਰਡ, ਜਿਨ੍ਹਾਂ ਕੋਲ ADC ਦਾ ਚਾਰਜ ਸੀ, ਇਹ ਵੀ ਮਕਬੂਲਪੁਰਾ ਅੰਮ੍ਰਿਤਸਰ ਦੇ ਰਹਿਣ ਵਾਲੇ ਆ, ਤੇ ਇਸ ਤੋਂ ਬਾਅਦ ਸ਼੍ਰੀਮਤੀ ਵੀਨਾ ਪਰਮਾਰ, ਇਹ ਤੋਂ ਇਲਾਵਾ ਇੰਦਰਦੀਪ ਕੌਰ, ਭਾਰਤੀ ਬਾਂਟਾ ਔਰ ਤਰਸੇਮ ਰਾਣੀ, ਬਲਵਿੰਦਰ ਕੌਰ, ਮਨਜੀਤ ਕੌਰ, ਪ੍ਰਵੀਨ ਕੁਮਾਰੀ, ਇਹ ਸਾਰੇ ਨਾਮ ਸਰਦਾਰ ਹਮੀਰ ਸਿੰਘ ਜੀ ਇਹਨਾਂ ਦੇ ਨਾਂ ਤੇ FIR ਕੱਟੀ ਗਈ ਹੈ। ਹੁਣ ਸਵਾਲ ਇਸ ਗੱਲ ਦਾ ਹੈ ਕਿ ਇੱਕ ਵਿਅਕਤੀ ਨੂੰ 5-7 ਦਿਨਾਂ ਦੇ ਵਿੱਚ ਇੰਨਾ ਪਾਵਰਫੁਲ ਕੀਤਾ ਗਿਆ। ਹੁਣ ਜਾਂਚ ਦਾ ਵਿਸ਼ਾ 2 ਔਰਤਾਂ ਗ੍ਰਿਫਤਾਰ ਕਰ ਲਈਆਂ, ਮੈਨੂੰ ਲੱਗਦਾ ਹੈ ਕਿ ਇਹਦੇ ਵਿੱਚ ਰਿਟਾਇਰਡ DDPO ਨੂੰ ਆਪਣੇ ਆਪ ਹੀ ਸਾਹਮਣੇ ਆ ਕੇ ਸਥਿਤੀ ਕਲੀਅਰ ਕਰਨੀ ਚਾਹੀਦੀ ਸੀ ਕਿ ਉਹਨਾਂ ਇੰਨੀ ਕਾਹਲੀ ਦੇ ਵਿੱਚ ਇਸ ਤਰ੍ਹਾਂ ਦੀ ਅਲਾਟਮੈਂਟ ਕਿਉਂ ਕੀਤੀ, ਜਾਂ ਉਹਨਾਂ ਦੇ ਉੱਤੇ ਕੋਈ ਪ੍ਰੈਸ਼ਰ ਸੀਗਾ। ਜਦੋਂ ਹੁਣ ਸਾਰਾ ਫੋਕਸ ਉਹਨਾਂ ਤੇ FIR ਉਹਨਾਂ ਤੇ ਹੋ ਗਈ ਆ, ਹੁਣ ਦੂਜਾ ਤਰੀਕਾ ਕੀ, ਇਹਦੇ ਵਿੱਚ ਵਿਜੀਲੈਂਸ ਉਹਨਾਂ ਨੂੰ ਗ੍ਰਿਫਤਾਰ ਕਰਕੇ ਖੰਗਾਲੂਗੀ। ਜਦੋਂ 2 ਮੰਤਰੀ ਇਹਦੇ 'ਚ ਸ਼ਾਮਲ ਨੇ, 2 ਮੰਤਰੀ ਦਾ ਨਾਂ ਚੱਲ ਰਿਹਾ, ਤਾਂ ਕਥਿਤ ਤੌਰ ਤੇ 2 ਮੰਤਰੀਆਂ ਦਾ ਜ਼ਿਕਰ ਆ ਰਿਹਾ, ਇੱਕ ਦੀ ਸਿਫਾਰਿਸ਼ ਹੈ, ਦੂਜੇ ਨੇ ਉਹਨਾਂ ਨੂੰ ਅਪਰੂਵਲ ਦਿੱਤੀ ਆ ADC ਡਿਵੈਲਪਮੈਂਟ ਦੀ। ਸੋ ਮੈਂ ਤੁਹਾਡੇ ਤੋਂ ਸਮਝਣਾ ਚਾਹੁੰਦਾ ਕਿ ਸਭ ਤੋਂ ਪਹਿਲਾਂ ਜਿਸ ਚੀਜ਼ ਨੂੰ ਪਾਸੇ ਰੱਖਿਆ ਗਿਆ ਕਿ ਉਹ ਵੀ ਲੋਕ FIR ਦੇ ਵਿੱਚ ਸ਼ਾਮਲ ਕਿਉਂ ਨਹੀਂ ਕੀਤੇ ਗਏ ਜਿਨ੍ਹਾਂ ਲੋਕਾਂ ਨੇ ਇਸ ਤਰ੍ਹਾਂ ਦੀ ਪ੍ਰੈਕਟਿਸਿਸ ਦੇ ਵਿੱਚ ਆਪਣਾ ਯੋਗਦਾਨ ਪਾਇਆ। ਅਸਲ ਦੇ ਵਿੱਚ ਸਭ ਤੋਂ ਜਿਹੜੀ ਮੇਨ ਗੱਲ ਤਾਂ ਇਹ ਹੈ ਕਿ ਕੋਈ ਅੱਜ ਦਾ ਤਾਂ ਉੱਥੇ ਗੱਲ ਨਹੀਂ, ਉਹ ਮਾਈਨਿੰਗ ਵਾਲਾ ਏਰੀਆ ਤੇ ਮਾਈਨਿੰਗ ਹੁੰਦੀ ਰਹੀ ਹੈ ਉੱਥੇ ਇਹਨਾਂ ਦਿਨਾਂ ਦੇ ਵਿੱਚ, ਪਿਛਲੇ ਸਮੇਂ ਦੇ ਵਿੱਚ। ਜਿਹੜੇ ਦਿਨ ਤੋਂ ਇਹ ਰੌਲਾ ਜ਼ਿਆਦਾ ਪਿਆ ਉਦੋਂ ਮਾਈਨਿੰਗ ਹਟੀ ਹੈ। ਇਹਦਾ ਮਤਲਬ ਇਹੀ ਫੈਮਿਲੀ ਮੈਂਬਰ ਕਰਾਉਂਦੇ ਸੀ ਜਿਨ੍ਹਾਂ ਨੂੰ ਜ਼ਮੀਨ ਅਲਾਟ ਹੋਈ ਹੈ, ਜਾਂ ਕੋਈ ਹੋਰ ਸੱਜਣ ਕਰਾ ਰਹੇ ਸੀ। ਜੇ ਇਹ ਨਹੀਂ ਸੀ ਕਰਾ ਰਹੇ ਤਾਂ ਕੋਈ ਹੋਰ ਬੰਦੇ ਹੋਣਗੇ। ਜੇ ਤਾਂ ਇਹ ਪਹਿਲਾਂ ਹੀ ਐਡੀ ਵੱਡੀ ਤਾਕਤ ਵਾਲੇ ਬੰਦੇ ਨੇ ਜਿਨ੍ਹਾਂ 6 ਉਹ ਵੀ ਔਰਤਾਂ ਦੇ ਨਾਮ ਜ਼ਮੀਨ ਕੀਤੀ ਹੈ, ਔਰ ਇਹਦਾ ਮਤਲਬ ਇਹਨਾਂ ਫੈਮਿਲੀ ਦੇ ਮਰਦਾਂ ਨੂੰ ਇਹ ਪਤਾ ਹੋਏਗਾ ਕੋਈ ਨਾ ਕੋਈ ਗੱਲ ਤਾਂ ਵੀ ਉਹ ਕੀ ਕਰਦੇ ਨੇ। ਆਮ ਤੌਰ ਤੇ ਘੱਟ ਰਿਵਾਜ ਹੁੰਦਾ ਸਾਡੇ ਇਹੋ ਜਿਹਾ ਕਿ ਇੰਨੀ ਜ਼ਮੀਨ ਲੈ ਕੇ ਆਏ ਨਾ ਕਰਾ ਦਿੱਤੀ ਜਾਵੇ ਉਸ ਪੱਧਰ ਦੇ ਉੱਤੇ। ਦੂਜੀ ਗੱਲ ਇਹ ਹੈ ਕਿ ਸਾਰੇ ਜਿਨ੍ਹਾਂ ਦੇ ਖਿਲਾਫ FIR ਹੈ, ਜਿਨ੍ਹਾਂ 6 ਦੇ 6 ਪਰਿਵਾਰਾਂ ਨੂੰ ਜ਼ਮੀਨ ਗਈ ਹੈ, ਇਹ ਕੋਈ ਗੁਰਦਾਸਪੁਰ ਦਾ, ਕੋਈ ਫਿਰੋਜ਼ਪੁਰ ਦਾ ਤੇ ਕੋਈ ਪਠਾਨਕੋਟ ਦਾ ਹੈ। ਇਹਦਾ ਮਤਲਬ ਇਹ ਇੱਕੋ ਦਿਨ ਵੀ ਐ ਰਾਏ ਸਾਂਝੀ ਕਿਵੇਂ ਬਣਦੀ ਹੁੰਦੀ ਹੈ, ਕਿਵੇਂ ਕੋਈ ਕੰਸੋਰਟੀਅਮ ਬਣਦਾ ਹੈ ਜਾਂ ਕਿਵੇਂ ਕੋਈ ਯੂਨਿਟੀ ਬਣਦੀ ਹੈ, ਇਹਦੀ ਵੀ ਇੱਕ ਜਾਂਚ ਹੁੰਦੀ ਹੈ ਕਿ ਕਿਸ ਲੈਵਲ ਦੀਆਂ ਗੱਲਾਂ ਆਉਂਦੀਆਂ ਨੇ। ਤੇ ਉਸ ਤੋਂ ਬਾਅਦ
ਜਦੋਂ ਇਹ ਇੱਕ ਇੰਨੇ ਥੋੜੇ ਸਮੇਂ ਦੇ ਵਿੱਚ, ਮੰਨ ਲਓ 20 ਫਰਵਰੀ ਨੂੰ ਇੱਕ BDPO ਹੈ, 21 ਫਰਵਰੀ ਨੂੰ ਉਹ DDPO ਬਣ ਜਾਂਦਾ ਹੈ, ਤੇ ਉਦੋਂ ਅਗਲੇ ਹੀ ਦਿਨ ਉਹਨੂੰ ADC ਦਾ ਚਾਰਜ ਦੇ ਦਿੱਤਾ ਜਾਂਦਾ, ਫਿਰ ਸੈਚਰਡੇ ਸੰਡੇ ਆ ਜਾਂਦਾ ਤੇ ਉਹ ਅਲਾਟਮੈਂਟ ਵੀ ਕਰ ਜਾਂਦਾ ਤੇ ਅਗਲੇ ਦਿਨ ਉਹਦੀ ਰਿਟਾਇਰਮੈਂਟ ਹੁੰਦੀ ਹੈ। ਪਹਿਲੀ ਗੱਲ ਤਾਂ ਉਹਨੂੰ ਇੰਨਾ ਜਲਦੀ ਇਹ ਸਾਰਾ ਕੁਝ ਕਰਨ ਦਾ ਜਿਹੜੀ ਗੱਲ ਹੈ, ਇਹਦਾ ਮਤਲਬ ਇਹ ਹੈ ਕਿ ਇਹ ਬਿਨਾਂ ਸੋਚੇ ਸਮਝੇ ਨਹੀਂ ਹੋ ਸਕਦੀਆਂ ਇੰਨੀਆਂ। ਕਿਸੇ ਵੀ ਅਧਿਕਾਰੀ ਨੂੰ ਚਾਰਜ ਦੇਣਾ ਹੋਵੇ ਔਰ ਉਹ ਚਾਰਜ ਘੱਟੋ-ਘੱਟ ਐ ਤਾਂ ਦੇਖ ਕੇ ਹੀ ਦੇਣਾ ਹੁੰਦਾ ਵੀ ਉਹ ਕੱਲ ਨੂੰ ਰਿਟਾਇਰ ਹੋ ਰਿਹਾ ਜਾਂ ਪਰਸੋਂ ਨੂੰ। ਇਹ ਤਾਂ ਕੋਈ ਇਹੋ ਜਿਹੀ ਗੱਲ ਨਹੀਂ ਜਿਹੜੀ ਬਹੁਤ ਜ਼ਿਆਦਾ ਮਤਲਬ ਇਨਵੈਸਟੀਗੇਟ ਕਰਨ ਵਾਲੀ ਹੋਵੇ, ਖੋਜ ਕਰਨੀ ਪਏਗੀ। ਅਧਿਕਾਰੀਆਂ ਦਾ ਨਾਰਮਲੀ ਪਹਿਲੇ ਹੀ ਪਤਾ ਲੱਗ ਜਾਂਦਾ ਵੀ ਆਹ ਮਹੀਨੇ ਨੂੰ ਤਾਂ ਰਿਟਾਇਰ ਹੋ ਰਿਹਾ। ਸਾਰੇ ਦਫ਼ਤਰ 'ਚ ਪਤਾ ਹੁੰਦਾ, ਸਾਰੇ ਡਿਪਾਰਟਮੈਂਟਾਂ 'ਚ ਪਤਾ ਹੁੰਦਾ ਕਿ ਕੌਣ ਕਦੋਂ ਰਿਟਾਇਰ ਹੋ ਰਿਹਾ, ਕੌਣ ਕਦੋਂ ਨਹੀਂ ਰਿਟਾਇਰ ਹੋਇਆ। ਬਾਕੀ ਦੀਆਂ ਚੀਜ਼ਾਂ ਛੱਡ ਦਿਓ। ਫਿਰ ਜਿਹੜਾ ADC ਉੱਥੋਂ ਬਦਲਿਆ ਗਿਆ, ਮੁੜ ਕੇ ਹੁਣ ਵੀ ਇਹ ਜ਼ਮੀਨ ਅਲਾਟ ਹੋਣ ਤੋਂ ਬਾਅਦ ਉਹੀ ADC ਦੁਬਾਰਾ ਉੱਥੇ ਕਿਵੇਂ ਲਾ ਦਿੱਤਾ ਗਿਆ? ਇਹਦਾ ਮਤਲਬ ਉਹ ਰੋੜਾ ਬਣਦਾ ਹੋਣਾ ਰਸਤੇ ਦੇ ਵਿੱਚ, ਉਹ ਨਹੀਂ ਮੰਨਦਾ ਹੋਣਾ ਇਸ ਪੱਧਰ ਦੀ ਗੱਲ ਜਿਹੜੀ ਉਹ ਕਰਾਉਣਾ ਚਾਹੁੰਦੇ ਸੀ। ਟੈਂਪਰੇਰੀ 5-7 ਦਿਨ ਲਈ ਬੰਦਾ ਲਿਆਂਦਾ ਤੇ 5-7 ਦਿਨ ਲਈ ਰਿਟਾਇਰ ਕਰਾ ਕੇ ਆਪਣਾ ਕੰਮ ਕਰਾ ਕੇ ਮੁੜ ਕੇ ਉਹੀ ADC ਲਾ ਦਿੱਤਾ ਗਿਆ। ਉਸੇ ਹੀ ਪੰਚਾਇਤ ਮਿਨਿਸਟਰ ਵੱਲੋਂ ਲਾਇਆ ਗਿਆ ਨਾ ਜਿਹਨੇ ਇਹਨੂੰ ਬਦਲਵਾਇਆ ਜੀ, ਕੁਲਦੀਪ ਸਿੰਘ ਢਾਲੀਵਾਲ ਵੱਲੋਂ। ਔਰ ਜਿਹੜੇ ਪਹਿਲੇ ਮਿਨਿਸਟਰ ਨੇ ਜਿਹਦਾ ਉਹ ਹਲਕਾ ਪੈਂਦਾ ਔਰ ਕਟਾਰੂ ਚੱਕ, ਉਹਦੀ ਰਿਕਮੈਂਡੇਸ਼ਨ ਤੇ ਸੇਮ ਡੇ ਮੰਤਰੀ ਪੰਚਾਇਤ ਕੋਲ ਜਾਂਦੀ ਆ, ਸੇਮ ਡੇ ਚਾਰਜ ਹੋ ਜਾਂਦਾ। ਇਹ ਵੀ ਐਡੀ ਫੁਰਤੀ ਕਿਸੇ ਸਰਕਾਰਾਂ 'ਚ ਇਹ ਕਿਤੇ ਦਿਖਾਈ ਨਹੀਂ ਦਿੰਦੀ। ਉਸ ਪੱਧਰ ਦੇ ਉੱਤੇ ਇੰਨੀ ਜ਼ਿਆਦਾ ਕੋਈ ਫੁਰਤੀ ਦਿਖਾਈ ਦਿੰਦੀ ਹੈ। ਮੈਂ ਸਰਦਾਰ ਹਰਮੀਤ ਸਿੰਘ ਜੀ, ਤੁਸੀਂ ਗੱਲ ਇੱਥੋਂ ਜਾਰੀ ਰੱਖਿਓ। FIR ਦੇ ਵਿੱਚ ਬੜੀ ਰੌਚਕ ਤਰੀਕੇ ਨਾਲ ਇਹਨੂੰ ਲਿਖਿਆ ਗਿਆ। ਉਹ ਕਹਿੰਦੇ ਵੀ ਇਸ ਅਧਿਕਾਰੀ ਦੀ ਮੰਦਭਾਵਨਾ ਇਸ ਗੱਲ ਤੋਂ ਪੁਖਤਾ ਹੁੰਦੀ ਹੈ ਕਿ ਉਹ ਮਿਤੀ 21/2/2023 ਤੱਕ BDPO ਨਰੋਟ ਜੈਮਲ ਸਿੰਘ ਸੀ, ਜਿੱਥੋਂ ਨਾਲ ਸੰਬੰਧਿਤ ਇੱਕ ਕੇਸ ਹੈ। ਮਿਤੀ 22/2/2023 ਨੂੰ ਉਹ ਬਤੌਰ ਜ਼ਿਲ੍ਹਾ ਵਿਕਾਸ ਅਤੇ ਪੰਚਾਇਤ ਅਫਸਰ ਪਦ ਉੱਨਤ ਹੁੰਦਾ ਹੈ। ਮਿਤੀ 24/2/2023 ਨੂੰ ਉਸ ਨੂੰ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਪਠਾਨਕੋਟ ਦਾ ਵਾਧੂ ਚਾਰਜ ਦਿੱਤਾ ਜਾਂਦਾ ਹੈ। ਮਤਲਬ 22 ਤਰੀਕ ਨੂੰ ਉਹਦੀ ਪ੍ਰਮੋਸ਼ਨ ਹੁੰਦੀ ਹੈ, 24 ਤਰੀਕ ਨੂੰ ਉਹਨੂੰ ਪਠਾਨਕੋਟ ਦਾ ਵਾਧੂ ਚਾਰਜ ਦਿੱਤਾ ਜਾਂਦਾ। ਮਿਤੀ 25/2/2023 ਸ਼ਨੀਚਰਵਾਰ ਤੇ ਮਿਤੀ 26/2/2023 ਐਤਵਾਰ ਹੋਣ ਕਾਰਨ ਹਾਂਜੀ ਮੈਂ ਉਹੀ ਗੱਲ ਕਹਿ ਰਿਹਾ ਕਿ ਉਹਨੂੰ ਚਾਰਜ 3 ਡੇਟਾਂ 'ਚ ਦਿੱਤਾ ਜਾਂਦਾ, ਫਿਰ ਸੈਚਰਡੇ ਸੰਡੇ ਆ ਜਾਂਦਾ, 27 ਨੂੰ ਰਿਟਾਇਰ ਹੋ ਜਾਂਦਾ, ਉਦੋਂ ਪਹਿਲਾਂ ਪੂਰਾ ਕੰਮ ਕਰ ਜਾਂਦਾ। ਤੇ ਨਹੀਂ, ਉਹ 27 ਤਰੀਕ ਨੂੰ ਸਾਰਾ ਕੰਮ ਕਰਦਾ ਤੇ 28 ਨੂੰ ਰਿਟਾਇਰ ਹੋ ਜਾਂਦਾ। ਤੁਸੀਂ ਬਿਲਕੁਲ ਠੀਕ ਕਹਿ ਰਹੇ ਹੋ। ਤੇ ਇਹਦਾ ਮਤਲਬ ਇਹ ਹੈ ਕਿ ਇੰਨਾ ਜਲਦੀ ਇਹ ਬਿਨਾਂ ਕਿਸੇ ਪਲਾਨਿੰਗ 'ਚ ਸਾਰਿਆਂ ਦੀ ਸਹਿਮਤੀ ਤੋਂ ਬਿਨਾਂ ਨਹੀਂ ਹੋ ਸਕਦਾ। ਇਹਦੇ 'ਚ ਪ੍ਰਾਈਮਾ ਫੇਸੀ ਇਹ ਲੱਗਦਾ, ਜਿਵੇਂ ਆਪਾਂ ਕਹਿੰਦੇ ਨਾ ਮੁੱਢਲੀ ਜਾਂਚ 'ਚ ਇਹ ਲੱਗਦਾ ਹੁੰਦਾ ਕਿ ਕੋਈ ਇਹਦੇ 'ਚ ਬੜੀ ਗੱਲ ਹੈ। ਪਰ ਦੂਜੀ ਗੱਲ, ਔਰ ਐਵੇਂ ਕਿਵੇਂ ਇੱਕੋ ਜਗ੍ਹਾ ਬੈਠੇ ਸੀ ਸਾਰੇ, ਜਦੋਂ ਉਹਦੀਆਂ ਇੰਨੇ ਫਾਈਲਾਂ ਕਲੀਅਰ ਹੋਈਆਂ ਹੋਣਗੀਆਂ, ਕਿਸੇ ਇੱਕ ਦਫ਼ਤਰ 'ਚ ਬੈਠ ਕੇ ਹੋ ਸਕਦੀਆਂ ਨੇ। ਮੈਨੂੰ ਲੱਗਦਾ ਇੰਨੀਆਂ ਐਡੀ ਕਾਹਲ ਤਾਂ ਆਫਟਰ ਆਲ DO ਲੈਟਰ ਲਿਖਦਾ ਇੱਕ ਮਿਨਿਸਟਰ ਦੂਜੇ ਨੂੰ, ਦੂਜਾ ਮਿਨਿਸਟਰ ਲਿਖਦਾ ਸੈਕਟਰੀ ਨੂੰ ਜਾਂ ਡਾਇਰੈਕਟਰ ਨੂੰ, ਡਾਇਰੈਕਟਰ ਕੋਲ ਵੀ ਚਲੀ ਜਾਂਦੀ ਹੈ ਸੈਕਟਰੀ ਨੂੰ। ਇੰਨੇ ਥਾਵਾਂ ਤੇ ਘੁੰਮ ਕੇ, ਇੰਨੇ ਥਾਵਾਂ ਤੇ ਤਾਂ ਕੋਈ ਛੁੱਟੀ ਤੇ ਵੀ ਹੁੰਦਾ, ਕੋਈ ਕੁਛ ਹੁੰਦਾ ਹੈ। ਇੰਨਾ ਪੈਰਾਪਰਨੇਲੀਆ ਇਕੱਠਾ ਕਿਵੇਂ ਬੈਠਿਆ ਹੋਊਗਾ ਇਸ ਮਾਮਲੇ ਦੇ ਵਿੱਚ ਆ ਕੇ? ਔਰ ਇਹਦੇ ਤੋਂ ਬਿਨਾਂ ਜੇਕਰ ਮਿਨਿਸਟਰ ਇਸ ਗੱਲ 'ਚ ਨਿਕਲਦੇ ਨੇ ਕਿ ਜੀ ਸਾਨੂੰ ਸ਼ਾਇਦ ਨਹੀਂ ਪਤਾ, ਅਫਸਰ ਨੇ ਨਹੀਂ ਦੱਸਿਆ ਜਾਂ ਕੁਛ ਨਹੀਂ ਕੀਤਾ ਉਸ ਮਾਮਲੇ ਦੇ ਵਿੱਚ, ਵੈਸੇ ਇਹ ਗੱਲ ਠੀਕ ਹੈ ਕਿ ਕਿਸੇ ਵੀ ਅਧਿਕਾਰੀ ਦੀ ਪ੍ਰਮੋਸ਼ਨ ਜਾਂ ਅਪਾਇੰਟਮੈਂਟ ਮਿਨਿਸਟਰ ਜੋ ਮਰਜ਼ੀ ਆਰਡਰ ਕਰੇ, ਪਰ ਆਰਡਰਾਂ ਤੇ ਦਸਤਖਤ ਜਿਹੜਾ ਤਾਂ ਹੇਠਲਾ ਅਧਿਕਾਰੀ ਆ ਉੱਥੇ ਡਾਇਰੈਕਟਰ ਕਰਦਾ, ਜਿਹੜਾ ਉਦੋਂ ਇੱਕ ਸੀਨੀਅਰ ਅਧਿਕਾਰੀ ਬਣ ਜਾਂਦੇ ਨੇ DDPO ਟਾਈਪ ਦੇ, ਉੱਥੇ ਸੈਕਟਰੀ ਦੇ ਦਸਤਖਤਾਂ ਨਾਲ ਹੁੰਦੇ ਨੇ। ਆਫੀਸ਼ੀਅਲ ਆਰਡਰ ਉਹਨਾਂ ਨੂੰ ਹੀ ਮੰਨੇ ਜਾਂਦੇ ਨੇ। ਇਸ ਕਰਕੇ ਸੰਬੰਧਿਤ ਅਧਿਕਾਰੀ ਇਹਨਾਂ ਤੋਂ ਬਚ ਨਹੀਂ ਸਕਦੇ ਉਸ ਪੱਧਰ ਦੇ ਉੱਤੇ ਆ ਕੇ ਜਾਂਚ ਚੋ ਕੇ ਕੱਲਾ ADC ਤੱਕ ਰਹਿ ਜਾਊਗਾ ਮਾਮਲਾ। ਇਹ ਉਸੇ ਮਾਮਲੇ ਤੱਕ ਹੈ, ਕਿਉਂਕਿ ਕਾਨੂੰਨ ਦੇ ਜਾਣਕਾਰ ਦੇ ਤੌਰ ਤੇ, ਸੰਵਿਧਾਨ ਦੇ ਜਾਣਕਾਰ, ਰੂਲਜ਼ ਦੇ ਜਾਣਕਾਰ ਦੇ ਤੌਰ ਤੇ ਅਫਸਰਾਂ ਨੂੰ ਨਾਲ ਲਾਇਆ ਹੁੰਦਾ। ਇਸੇ ਗੱਲ ਕਰਕੇ ਕਿਸੇ ਅਫਸਰ ਨੇ ਪੁਆਇੰਟ ਆਊਟ ਕਿਉਂ ਨਹੀਂ ਕੀਤਾ ਕਿ ਉਹ 2 ਦਿਨ ਰਹਿ ਗਏ, 4 ਦਿਨ, ਇਹਨੂੰ ਤਾਂ ਬਿਲਕੁਲ ਹੀ ਐ ਕਹਿਣਗੇ ਕੋਈ ਚਾਰਜ ਦੇਣ ਦਾ ਮਤਲਬ ਇਹ ਨਹੀਂ ਹੁੰਦਾ, ਕੋਈ ਚਾਰਜ ਦੇ ਦੇ ਕਿਸੇ ਨਾ ਕਿਸੇ ਰੂਪ ਦੇ ਵਿੱਚ। ਔਰ ਚਾਰਜ ਤਾਂ ਕੀ, ਜੇ ਕੋਈ ਪ੍ਰਮੋਸ਼ਨ ਡਿਊ ਹੁੰਦੀ ਹੈ ਚਲੋ ਜਾਂਦੇ ਜਾਂਦੇ ਦੇ ਜਾਂਦਾ, ਜੇ ਬਹੁਤ ਟੈਕਨੀਕਲੀ ਉਹ ਵੀ ਕੋਈ ਗੱਲ ਹੋਵੇ, ਕਿਸੇ ਅਦਾਲਤ ਦੀ ਗੱਲ ਹੋਵੇ, ਕਿਸੇ ਬਾਕੀ ਦੀ ਗੱਲ ਹੋਵੇ ਕਿ ਇਹ ਦੇਣੀ ਹੈ ਇਸ ਮਾਮਲੇ ਦੇ ਵਿੱਚ, ਤਾਂ ਜਿਹੜੇ ਕੇਸਵਾ ਪ੍ਰਸਾਦ ਨੇ, ਜਿਹੜੇ ਉਦੋਂ ਦੇ ਸੈਕਟਰੀ ਸੀਗੇ ਪੰਚਾਇਤੀ ਰਾਜ ਡਿਪਾਰਟਮੈਂਟ ਦੇ ਵਿੱਚ, ਇਹ ਉਹਨਾਂ ਦੇ ਦਸਤਖਤਾਂ ਦੇ ਆਰਡਰ ਨੇ। ਤੇ ਡਾਇਰੈਕਟਰ ਜਿਹੜੇ ਉਸ ਸਮੇਂ ਸੀਗੇ, ਤੇ ਉਹ ਡਾਇਰੈਕਟਰ ਨੇ ਕੇਵਲ ਆਪਣਾ ਦਸਤਖਤ ਕਰਤੇ, ਟਿੱਪਣੀ ਕੋਈ ਨਹੀਂ ਦਿੱਤੀ। ਇਹਦਾ ਮਤਲਬ ਉਹਨਾਂ ਦੇ ਦਿਮਾਗ 'ਚ ਤਾਂ ਆਇਆ ਹੋਣਾ ਟਿੱਪਣੀ, ਡਰਦੇ ਨਹੀਂ ਦਿੱਤੀ ਜਾਂ ਤਾਂ
ਜਾਂ ਤਾਂ ਮੰਤਰੀਆਂ ਦਾ ਦਬਾਅ ਇੰਨਾ ਸੀ ਕਿ ਉਹ ਮਨਾ ਨਹੀਂ ਕਰ ਪਾਏ, ਜਾਂ ਫਿਰ ਮਿਲੀ ਭੁਗਤ ਹੈ ਤਾਂ ਮਨਾ ਨਹੀਂ ਕਰ ਪਾਏ, ਜਾਂ ਫਿਰ ਉਹਨਾਂ ਨੂੰ ਕਾਨੂੰਨ ਨਹੀਂ। ਤਿੰਨੇ ਹਾਲਤਾਂ ਦੇ ਵਿੱਚ ਦੋਨੋਂ ਸੀਨੀਅਰ ਅਫਸਰ ਰਹਿਣ ਦੇ ਕਾਬਿਲ ਨਹੀਂ ਬਣਦੇ। ਉਹ ਉਸ ਕ੍ਰਾਈਮ ਦੇ ਉਸ ਲੈਵਲ ਦੇ ਵਿੱਚ ਸ਼ਾਮਲ ਦੱਸੇ ਜਾਣਗੇ। ਤੇ ਅਗਲਾ ਹੁਣ ਜਾਂਚ ਦਾ ਸਵਾਲ ਹੈ। ਜਾਂਚ ਤੁਸੀਂ ਕਰ ਰਹੇ ਹੋ ਦੋ ਤਾਕਤਵਰ ਮਿਨਿਸਟਰਾਂ ਦੇ ਰਹਿੰਦੇ ਹੋਏ। ਕਟਾਰੂ ਚੱਕ ਨਾਲ ਪਹਿਲਾਂ ਕਿਵੇਂ ਹੋਇਆ, ਜਿਹੜਾ ਪਹਿਲਾਂ ਵਾਲਾ ਕੇਸ ਸੀਗਾ, ਮਿਨਿਸਟਰ ਸੀਗਾ, SIT ਬਣਾਤੀ, SIT ਦੀ ਔਕਾਤ ਹੈ ਮਿਨਿਸਟਰ ਦੇ ਖਿਲਾਫ ਜਾਂਚ ਕਰੂਗੀ ਉਸ ਪੱਧਰ ਤੇ। ਜਦੋਂ ਉਹਦੇ ਬਾਰੇ ਪਤਾ ਮਿਨਿਸਟਰ ਬਾਰੇ SIT ਨੂੰ ਕਿ ਇਹਦੇ ਤੇ ਅਜੇ ਚੀਫ ਮਿਨਿਸਟਰ ਦਾ ਆਸ਼ੀਰਵਾਦ ਹੈ, ਇਹਦੇ ਤੇ ਕੇਜਰੀਵਾਲ ਦਾ ਆਸ਼ੀਰਵਾਦ ਹੈ, ਇਸੇ ਕਰਕੇ ਮਿਨਿਸਟਰ ਤੋਂ ਅਸਤੀਫਾ ਨਹੀਂ ਲਿਆ, ਤੇ ਉਹ ਕਿਵੇਂ ਜਾਣਗੇ? ਉਹਨਾਂ ਨੇ ਬੰਦਾ ਮੁਕਰਾਤਾ, ਵਿਚਾਰਾ ਜਿਹੜਾ ਬੰਦਾ ਸੀਗਾ ਬੰਦਾ ਮੁਕਰ ਜਾਂਦਾ, ਫਿਰ ਉਹ ਵਿਡਰਾ ਕਰ ਲੈਂਦਾ ਤੇ ਮਾਮਲਾ ਦਫਾ ਦਫਾ ਹੋ ਜਾਂਦਾ। ਜਿਹਨੂੰ ਹੁਣ ਜਿਹੜੇ ਲੌਜਿਕ ਤਹਿਤ ਉਹ ਕਹਿੰਦੇ ਨੇ ਕਿ ਭਾਈ ਉਹ ਤਾਂ ਸ਼ਿਕਾਇਤ ਹੀ ਵਾਪਸ ਲੈ ਗਿਆ, ਹੁਣ ਤਾਂ ਸ਼ਿਕਾਇਤ ਹੀ ਨਹੀਂ ਬਣਦੀ ਕੋਈ, ਬਲਕਿ ਹਾਲਾਂਕਿ ਕਿਹਾ ਇਦੋਂ ਉਲਟ ਜਾਂਦਾ ਹੈ ਕਿ ਜਿਹੜੇ ਵੀ ਮਾਮਲੇ ਕ੍ਰਾਈਮ ਹੁੰਦੇ ਨੇ ਉਹ ਸਟੇਟ ਵਰਸਜ ਕਿਸੇ ਕ੍ਰਿਮੀਨਲ ਆਦਮੀ ਹੁੰਦੇ ਨੇ। ਇਹੋ ਜਿਹੇ ਮੁੱਦਿਆਂ ਨੂੰ ਜੇ ਕੋਈ ਵਿਡਰਾ ਵੀ ਕਰ ਜਾਂਦਾ ਡਰ ਤੇ ਸਹਿਮ ਜਾਂ ਲਾਲਚ ਦੇ ਮਾਰੇ, ਕਈ ਵਾਰ ਉਹ ਪਬਲਿਕ ਇੰਟਰਸਟ ਦੇ ਐਂਗਲ ਤੋਂ ਅੱਗੇ ਵਧਾਇਆ ਜਾਂਦਾ ਹੁੰਦਾ ਤੇ ਉਹ ਸੂਮੋਟੋ ਲੈ ਕੇ ਅੱਗੇ ਸਟਾਰਟ ਹੋ ਜਾਂਦੇ ਨੇ ਅਦਾਲਤਾਂ ਦੇ ਸੈਟਅਪ ਦੇ ਵਿੱਚ। ਇਹ ਸਟੇਟ ਦੀ ਜ਼ਿੰਮੇਵਾਰੀ ਹੁੰਦੀ ਹੈ, ਨਾ ਕਿ ਸਟੇਟ ਦੀ ਮਿਲੀ ਭੁਗਤ ਕਰਨ ਦੀ ਜ਼ਿੰਮੇਵਾਰੀ ਹੁੰਦੀ ਹੈ। ਤੇ ਇਹਦੇ ਤੋਂ ਵੀ ਇਲਾਵਾ ਇੱਕ ਹੋਰ ਗੱਲ ਹੈ, ਉਹ ਇਹ ਹੈ ਕਿ ਜਿਹੜਾ ਸਰਪੰਚ ਹੈ ਇਸ ਪਿੰਡ ਦਾ, ਉਹ ਬਾਰ-ਬਾਰ ਦਰਖਾਸਤਾਂ ਦਿੱਤੀਆਂ ਨੇ ਉਹਨੇ ਪੰਚਾਇਤੀ ਰਾਜ ਡਿਪਾਰਟਮੈਂਟ ਦੇ ਵਿੱਚ ਵੀ, ਮਿਨਿਸਟਰਾਂ ਤੱਕ ਵੀ, ਔਰ ਉਹਨੇ ਬਾਕੀ ਜਗ੍ਹਾ ਵੀ, ਕਿ ਇਹ ਗਲਤ ਹੈ, ਪੰਚਾਇਤੀ ਲੈਂਡ ਹੈ, ਇਹ ਦਿੱਤੀ ਜਾ ਰਹੀ ਹੈ, ਗਲਤ ਹੈ। ਤੇ ਸਰਪੰਚ ਤੇ ਪਰਚਾ ਦਰਜ ਹੋ ਗਿਆ ਜੀ। ਇਸ ਤੋਂ ਬਾਅਦ ਤੇ ਜਿਹੜਾ ਸਰਪੰਚ ਪਲੀ ਲੈ ਰਿਹਾ ਹੈ ਆਪਣੀ ਜ਼ਮੀਨ ਬਚਾਉਣ ਲਈ, ਤੁਹਾਨੂੰ ਦਰਖਾਸਤ ਕਰ ਰਿਹਾ ਹੈ, ਹੁਣ ਜਿਹੜਾ ਵਿਜੀਲੈਂਸ ਦਾ ਪਰਚਾ ਉਹ PPS ਅਫਸਰ ਵੱਲੋਂ ਹੈ, ਨਿਰਮਲ ਸਿੰਘ ਵੱਲੋਂ, ਤਾਂ ਉਹ ਸਰਪੰਚ ਦੀ ਦਰਖਾਸਤ ਤੇ ਹੀ ਪਰਚਾ ਕਿਉਂ ਨਹੀਂ ਹੋਇਆ? ਇਦੋਂ ਪਹਿਲਾਂ ਜਿਹੜੇ ਉਹ ਕਹਿ ਰਿਹਾ, ਉਹ ਸ਼ਿਕਾਇਤਾਂ ਦੇ ਰਿਹਾ ਥਾਣਿਆਂ ਦੇ ਵਿੱਚ, ਕਿਸੇ ਪ੍ਰੈਸ਼ਰੇਟ ਨਹੀਂ ਹੋਇਆ। ਉਹ ਥਾਣੇਦਾਰ ਜਾਂ ਉਹ ਡਿਪਾਰਟਮੈਂਟ ਜਿਨ੍ਹਾਂ ਨੂੰ ਲਿਖਿਆ ਉਹਨੇ ਤੇ ਪੁਲਿਸ ਨੂੰ ਨਹੀਂ ਲਿਖਿਆ ਕਿ ਗਲਤ ਹੋ ਰਿਹਾ। ਜੇ ਪੁਲਿਸ ਕੋਲ ਵੀ ਉਹਨੇ ਦਰਖਾਸਤ ਦਿੱਤੀ ਹੈ, ਜੇ ਪੁਲਿਸ ਨੇ FIR ਨਹੀਂ ਕੀਤੀ ਤਾਂ ਕਿਹੜੇ ਕਾਰਨ ਨੇ? ਇਹਦਾ ਮਤਲਬ ਬਹੁਤ ਬੜਾ ਇੱਕ ਦਾਇਰਾ ਹੈ ਇਹ ਜਿਹੜਾ ਮਿਲ ਕੇ, ਕਿਉਂਕਿ ਜ਼ਮੀਨ ਦੀ ਕੀਮਤ ਬਹੁਤ ਜ਼ਿਆਦਾ ਹੈ। ਜ਼ਮੀਨ ਮਤਲਬ ਕਰੋੜਾਂ ਰੁਪਇਆਂ ਦੀ ਮਾਈਨਿੰਗ ਦੇ ਖੇਤਰ ਦੇ ਵਿੱਚ, ਜਿੰਨੇ ਮਰਜ਼ੀ ਉੱਥੋਂ ਚੱਕ ਕੇ ਤੁਸੀਂ ਵੇਚ ਸਕਦੇ ਹੋ, ਪ੍ਰੋਫਿਟ ਕਮਾ ਸਕਦੇ ਹੋ। ਇਸ ਕਰਕੇ ਜਿਹੜੀ ਜਾਂਚ ਹੈ, ਸਭ ਤੋਂ ਪਹਿਲੀ ਗੱਲ ਤਾਂ ਉਹ ਸੰਬੰਧਿਤ ਅਧਿਕਾਰੀ ਤੇ ਮਿਨਿਸਟਰ ਉਹਨਾਂ ਦੇ ਪੋਸਟਾਂ ਤੋਂ ਸਾਈਡਲਾਈਨ ਹੋਏ ਤੋਂ ਬਿਨਾਂ ਜਾਂਚ ਸੰਭਵ ਨਹੀਂ ਹੋਏਗੀ। ਦੂਜੀ ਗੱਲ, ਜਾਂਚ ਕਿਸੇ ਇੰਡੀਪੈਂਡੈਂਟ ਏਜੰਸੀ ਨੂੰ ਦੇਣੀ ਪਏਗੀ ਉਸ ਗਵਰਨਮੈਂਟ ਦੇ ਦਾਇਰੇ ਦੇ ਵਿੱਚ। ਇੰਡੀਪੈਂਡੈਂਟ ਚਾਹੇ ਜਿੰਨੇ ਮਰਜ਼ੀ ਚੰਗੇ ਅਫਸਰ ਵੀ ਹੋਣ ਕਿਸੇ ਡਿਪਾਰਟਮੈਂਟ ਦੇ ਵਿੱਚ, ਪਰ ਡਿਪਾਰਟਮੈਂਟ ਹੀ ਹੁੰਦਾ, ਉਹ ਮਤਾਹਤ ਹੀ ਹੁੰਦਾ ਹਮੇਸ਼ਾ ਕੰਪੈਰੇਟਿਵਲੀ, ਔਰ ਉਹਦੇ ਮੁਕਾਬਲੇ ਤੁਹਾਨੂੰ ਕੋਈ ਚੀਜ਼ ਤੁਸੀਂ ਹਾਈ ਕੋਰਟ ਦੇ ਰਿਟਾਇਰਡ ਜੱਜ ਨੂੰ ਦੇ ਸਕਦੇ ਹੋ, ਤੁਸੀਂ ਬਾਕੀ ਕਿਸੇ ਨੂੰ ਦੇ ਸਕਦੇ ਹੋ, ਤਾਂ ਕਿ ਜੇਕਰ ਤੁਸੀਂ ਚਾਹੁੰਦੇ ਹੋ ਕਿ ਹਾਂ ਇਹਦੇ ਰਿਐਲਿਟੀ ਸਾਹਮਣੇ ਆਵੇ, ਤਾਂ ਤੁਹਾਨੂੰ ਇਹ ਲੋਕਾਂ ਨੂੰ ਜਚਾਉਣਾ ਵੀ ਪੈਂਦਾ ਕਿ ਹਾਂਜੀ ਬਿਲਕੁਲ ਹੀ ਅਸੀਂ ਚਾਹੁੰਦੇ ਹਾਂ ਕਿ ਇਸ ਮਾਮਲੇ ਦੇ ਵਿੱਚ ਲੋਕ ਮੰਗ ਕਰਦੇ ਹੁੰਦੇ ਨੇ ਕਿ ਚਾਹੇ ਮੈਜਿਸਟ੍ਰੇਟ ਦੀ ਜਾਂਚ ਦਿਓ, ਚਾਹੇ ਹਾਈ ਕੋਰਟ ਦੇ ਜੱਜ ਦੀ। ਲੋਕਾਂ ਨੂੰ ਯਕੀਨ ਹੋਣਾ ਚਾਹੀਦਾ ਕਿ ਹਾਂ ਹੁਣ ਜਾਂਚ ਕਿਸੇ ਕਿਨਾਰੇ ਲੱਗ ਜੂਗੀ ਕਿਸੇ ਨਾ ਕਿਸੇ ਰੂਪ ਦੇ ਵਿੱਚ। ਇਹ ਪਾਰਟੀ ਤਾਂ ਆਈ ਲੋਕਪਾਲ ਦੀ ਮੂਵਮੈਂਟ ਤੇ ਐਂਟੀ ਕਰਪਸ਼ਨ ਮੂਵਮੈਂਟ ਦੇ ਵਿੱਚ ਹੈ। ਇੱਥੇ ਇੰਨੇ ਇਹਦੇ ਦਾਅ ਦੇ ਵਿੱਚ ਕੇਸ ਆਉਣ ਲੱਗ ਗਏ, ਉਹ ਤਾਂ ਮੇਰੇ ਖਿਆਲ ਨਾਲ ਉਸੇ ਜਾਲ ਚੁੱਝ ਕੇ ਰਹਿ ਜੂਗੀ ਸਰਕਾਰ ਫਿਰ, ਜੇ ਇਹਨਾਂ ਦਾ ਨਿਆਂ ਨਹੀਂ ਕਰੂਗੀ ਕਿਸੇ ਨਾ ਕਿਸੇ ਰੂਪ ਦੇ ਵਿੱਚ। ਜਿੰਨੀ ਜਲਦੀ ਹੋ ਸਕੇ ਕੋਈ ਇੰਡੀਪੈਂਡੈਂਟ ਇਨਕੁਆਇਰੀ ਦੀ ਦਰਕਾਰ ਹੈ ਸਾਰੇ ਮਾਮਲੇ। ਬਿਲਕੁਲ ਠੀਕ ਹੈ ਸਰਦਾਰ ਜਗਤਾਰ ਸਿੰਘ ਜੀ, ਜਦੋਂ ਅਸੀਂ ਇਸ ਮਾਮਲੇ ਨੂੰ ਇਸ ਐਂਗਲ ਤੋਂ ਦੇਖਦੇ ਹਾਂ ਕਿ ਚਲੋ ਘੱਟੋ ਘੱਟ ਇਸ ਸਰਕਾਰ ਨੇ ਥੋੜਾ ਜਿਹਾ ਇਨੀਸ਼ੀਏਟਿਵ ਤਾਂ ਲਿਆ ਕਿ ਤੁਰੰਤ FIR ਕਰਤੀ। ਆਮ ਤੌਰ ਤੇ ਪਹਿਲੀਆਂ ਸਰਕਾਰਾਂ ਇਸ ਮਾਮਲੇ 'ਚ ਰੌਲਾ ਪੈਂਦਾ ਰਹਿੰਦਾ ਸੀ, ਹੱਥ ਨਹੀਂ ਸੀ ਪਾਉਂਦੀਆਂ। ਪਰ ਕੀ ਕਟਾਰੂ ਚੱਕ ਦੇ ਪਹਿਲੇ ਮਾਮਲੇ ਵਾਂਗ ਬਾਕੀ ਮਾਮਲੇ ਚੱਲਦੇ ਰਹਿਣਗੇ ਲੇਕਿਨ ਮੰਤਰੀ ਬਣੇ ਰਹਿਣਗੇ? ਹੁਣ ਫਿਰ ਦੋਵੇਂ ਮੰਤਰੀ ਅਹੁਦੇ ਤੋਂ ਪਾਸੇ ਕੀਤੇ ਨਹੀਂ ਜਾਣੇ ਚਾਹੀਦੇ। ਉਹ IAS ਅਫਸਰ ਕੇ ਸ਼ਿਵਾ ਪ੍ਰਸਾਦ, ਉਹਨਾਂ ਨੂੰ ਛੁੱਟੀ ਤੇ ਭੇਜ ਕੇ ਜਾਂ ਉਹਨਾਂ ਨੂੰ ਮੁਅੱਤਲ ਕਰਕੇ, ਨਾ ਚਿਰ ਜਾਂਚ ਪੂਰੀ ਨਹੀਂ ਹੋ ਜਾਂਦੀ ਫਿਰ ਨਹੀਂ ਅੱਗੇ ਵਧਣਾ ਚਾਹੀਦਾ? ਤੁਹਾਨੂੰ ਕੀ ਲੱਗਦਾ? FIR ਦੇ ਵਿੱਚ ਜਿਹੜੀ ਤੁਸੀਂ ਗੱਲ ਮੈਂਸ਼ਨ ਕੀਤੀ ਹੈ ਵੀ ਉਹ ਮੰਦਭਾਵਨਾ ਅਫਸਰ ਦੀ, ਉਹ ਇਕੱਲੇ ਅਫਸਰ ਦੀ ਮੰਦਭਾਵਨਾ ਨਹੀਂ ਹੈ। ਜਿਹੜਾ ਬੰਦਾ ਰਿਟਾਇਰ ਹੋ ਰਿਹਾ ਹੈ ਉਹਨੂੰ ਏਡੀ ਤੇਜ਼ੀ ਨਾਲ ਅਖੀਰਲੇ 4-5 ਦਿਨ ਦੇ ਵਿੱਚ ਪ੍ਰਮੋਟ ਕਰਨਾ, ਉਹਨੂੰ ਚਾਰਜ ਦੇਣਾ, ਸਾਰਾ ਕੁਛ, ਇਹ ਇਕੱਲੀ ਉਹਦੀ ਮੰਦਭਾਵਨਾ ਨਹੀਂ। ਇਹ ਮੰਦਭਾਵਨਾ ਤਾਂ ਉਹਨਾਂ ਦੀ ਹੈ ਜਿਨ੍ਹਾਂ ਨੇ ਉਹਨੂੰ ਇਹ ਸਾਰੇ ਚਾਰਜ ਦਿੱਤੇ ਤੇ ਉਹ ਤੋਂ ਇਹ ਕੰਮ ਕਰਵਾਏ।
ਉਹਨੂੰ ਵਰਤਿਆ ਗਿਆ। ਉਹਦੇ ਪਿੱਛੇ ਕੌਣ ਲੋਕ ਹੈਗੇ ਜਿਨ੍ਹਾਂ ਨੇ ਸਾਈਨ ਕੀਤੇ, ਮਿਨਿਸਟਰਾਂ ਨੇ ਜਿਨ੍ਹਾਂ ਨੇ ਉਹਨੂੰ ਪ੍ਰਮੋਸ਼ਨ ਦਿੱਤੀ, ਉਹਦੀ ਸਿਫਾਰਿਸ਼ ਕੀਤੀ। ਸੋ ਇਹ ਵਰਚੁਅਲੀ ਜਿਹਨੂੰ ਕਹਿ ਦਈਏ ਨਾ ਜਿਵੇਂ ਮਾਫੀਆ ਆਪਰੇਟ ਕਰਦਾ ਹੁੰਦਾ, ਉਹ ਸਿਸਟਮ ਹੈ। ਇਹਦੇ 'ਚ ਇਕੱਲੇ ਉਸ ਅਫਸਰ ਨੂੰ ਜਿਹਨੇ ਰਿਟਾਇਰ ਹੋਣਾ ਸੀ, ਇਕੱਲੇ ਉਹਨੂੰ ਬਲੇਮ ਨਹੀਂ ਕੀਤਾ ਜਾਂਦਾ, ਉਹ ਸਾਰਾ ਸਿਸਟਮ ਇਹਦੇ ਵਿੱਚ ਇਨਵੋਲਵ ਹੈ। ਜਦੋਂ ਕੋਲੈਬੋਰੇਟ ਸਾਰੇ ਹੀ ਕ੍ਰਾਈਮ ਦੇ ਵਿੱਚ ਕਰ ਰਹੇ ਹੋਣ, ਮੇਰੇ ਖਿਆਲ ਦੇ ਵਿੱਚ ਫਿਰ ਸਾਰਿਆਂ ਨੂੰ ਉਸ ਸੀਨ ਤੋਂ ਪਾਸੇ ਕੀਤੇ ਬਿਨਾ ਉੱਥੇ ਇਨਸਾਫ ਨਹੀਂ ਕੀਤਾ ਜਾ ਸਕਦਾ। ਹੁਣ ਜਿਹੜੇ ਵੀ ਲੋਕ ਇਹਦੇ ਵਿੱਚ ਇਨਵੋਲਵ ਹੈਗੇ ਆ, ਉਹਨਾਂ ਨੂੰ ਪਾਸੇ ਕਿਵੇਂ ਕਰਨਾ? ਦੇਖੋ, ਜੇ ਆਪਾਂ ਕਹੀਏ ਵੀ ਇਹ ਮਿਨਿਸਟਰਾਂ ਨੂੰ ਪਾਸੇ ਕੀਤਾ ਜਾ ਸਕਦਾ, ਮਿਨਿਸਟਰ ਐਡੀ ਛੇਤੀ ਤਾਂ ਪਾਸੇ ਹੁੰਦੇ ਨਹੀਂ। ਸੋ ਮਿਨਿਸਟਰ ਤਾਂ ਇਸ ਤਰ੍ਹਾਂ ਹੀ ਬਣੇ ਰਹਿਣਗੇ। ਹੁਣ ਕੱਟੜ ਇਮਾਨਦਾਰ ਜਿਹੜੀ ਪਾਰਟੀ ਸੀਗੀ, ਉਹਦੇ ਤੇ ਐਲੀਗੇਸ਼ਨਸ ਆ ਰਹੀਆਂ, ਬੜੀਆਂ ਸਿੱਧੀਆਂ ਆ ਰਹੀਆਂ। ਹਜੇ ਸਰਕਾਰ ਨੂੰ ਤਾਂ 2 ਸਾਲ ਵੀ ਪੂਰੇ ਨਹੀਂ ਹੋਏ। ਹੁਣ ਜਦੋਂ ਐਡੀ ਵੱਡੀ ਐਲੀਗੇਸ਼ਨ ਆ ਜਾਏ, ਮਾਈਨਿੰਗ ਦਾ ਇਸ਼ੂ ਖਾਸ ਕਰਕੇ ਇਲੈਕਸ਼ਨ ਤੋਂ ਪਹਿਲਾਂ ਇਸ ਪਾਰਟੀ ਨੇ ਬਹੁਤ ਫੋਰਸਫੁਲੀ ਟੇਕਅਪ ਕੀਤਾ ਸੀ। ਹੁਣ ਮਾਈਨਿੰਗ ਦਾ ਹੀ ਇਸ਼ੂ ਇਹ ਆ। ਸੋ ਮੰਦਭਾਵਨਾ ਇਕੱਲੇ ਅਫਸਰ ਦੀ ਨਹੀਂ ਹੈ, ਜਿਨ੍ਹਾਂ ਨੇ ਉਹਨੂੰ ਪ੍ਰਮੋਟ ਕੀਤਾ। 4-5 ਦਿਨ ਇਹਨੇ ਤੇਜ਼ੀ ਦਿਖਾਈ, ਸਰਕਾਰ ਦੀ ਐਫੀਸ਼ੀਐਂਸੀ ਸਾਹਮਣੇ ਆਈ। ਉਹਦੇ 'ਚ ਟਰਾਂਸਪੇਰੈਂਟਲੀ ਪ੍ਰੋਬ ਕਰਕੇ ਤੇ ਉਹ 'ਤੇ ਐਕਸ਼ਨ ਹੋਣਾ ਚਾਹੀਦਾ। ਪਰ ਸਰਦਾਰ ਜਗਤਾਰ ਸਿੰਘ ਜੀ, ਆਖਰੀ ਗੱਲ ਮੈਂ ਤੁਹਾਡੇ ਤੋਂ ਜ਼ਰੂਰ ਇਹ ਪੁੱਛਣਾ ਚਾਹੁੰਦਾ ਹੈ ਕਿ ਠੀਕ ਹੈ ਕਿ ਉਹ ਅਫਸਰ ਜ਼ਿੰਮੇਵਾਰ ਓਨਾ ਹੀ ਹੈ ਜਿੰਨੇ ਦੂਜੇ ਨੇ। ਕੀ ਹੁਣ ਜਦੋਂ ਉਸ ਵਿਅਕਤੀ ਦਾ ਕੈਰੀਅਰ ਪੂਰੀ ਤਰ੍ਹਾਂ, ਉਹਦੀ ਰਿਟਾਇਰਮੈਂਟ ਬੈਨੀਫਿਟਸ ਉਹਨੂੰ ਸਾਹਮਣੇ ਨਹੀਂ ਆਉਣਾ ਚਾਹੀਦਾ? ਨੰਬਰ 1। ਨੰਬਰ 2, ਜਿਸ ਤਰੀਕੇ ਨਾਲ ਪਹਿਲਾਂ ਖਟਾਰੂ ਚੱਕ ਸਾਹਿਬ ਅਹੁਦੇ ਤੇ ਰਹੇ ਤੇ ਸ਼ਿਕਾਇਤ ਕਰਤਾ, ਸ਼ਿਕਾਇਤ ਵਾਪਸ ਲੈ ਗਿਆ ਅਲਟੀਮੇਟਲੀ, ਇੱਥੇ ਜਦੋਂ ਇਹ ਸਾਰੇ ਲੋਕ ਪ੍ਰਭਾਵਸ਼ਾਲੀ ਤਰੀਕੇ ਨਾਲ ਅਹੁਦਿਆਂ ਦੇ ਬਣੇ ਰਹਿਣਗੇ ਤਾਂ ਨਤੀਜੇ ਤਾਂ ਅਖੀਰ ਪਹਿਲੀ ਜਾਂਚ ਵਰਗੇ ਨਹੀਂ ਹੋਣ ਦੀ ਸੰਭਾਵਨਾ ਬਣ ਜਾਂਦੀ। ਨਹੀਂ, ਬਿਲਕੁਲ ਬਣ ਜਾਂਦੇ। ਮੈਂ ਤਾਂ ਪਹਿਲਾਂ ਕਹਿ ਕੇ ਚੱਲੇ, ਮੈਂ ਇਹ ਹੁਣ ਵੀ ਮੇਨਟੇਨ ਕਰਨਾ ਵੀ 50% ਦਾ ਕਸੂਰ ਉਸ ਅਫਸਰ ਦਾ ਹੈ ਜਿਹਨੂੰ ਵਰਤਿਆ ਗਿਆ, ਤੇ 50% ਬਾਕੀ ਸਾਰੇ ਜਿਹੜੇ ਇਨਵੋਲਵ ਹੈਗੇ ਹੈ। ਇੱਕ ਬੰਦੇ ਦਾ ਕੰਮ ਤਾਂ ਹੈ ਨਹੀਂ। ਇਹ ਜਿਨ੍ਹਾਂ ਨੇ ਉਹਨੂੰ ਪ੍ਰਮੋਸ਼ਨ ਦਵਾਈ, ਉਹਨੂੰ ਚਾਰ ਦਵਾਇਆ, ਉਹ ਤੋਂ ਕੰਮ ਕਰਾਇਆ, ਉਹ ਇਕੁਅਲੀ ਕਲਪਰੇਟ ਹੈਗੇ ਕ੍ਰਾਈਮ ਦੇ, ਉਹ ਭਾਈਵਾਲ ਹੈਗੇ। ਐਕਸ਼ਨ ਤਾਂ ਸਾਰਿਆਂ 'ਤੇ ਹੋਣਾ ਚਾਹੀਦਾ, ਇਕੱਲੇ ਅਫਸਰ 'ਤੇ ਨਹੀਂ ਹੋਣਾ ਚਾਹੀਦਾ। ਇਹਨਾਂ ਸਾਰਿਆਂ 'ਤੇ ਐਕਸ਼ਨ ਹੋਣਾ ਚਾਹੀਦਾ। ਐਕਸ਼ਨ ਕਿਸ ਰੂਪ ਦੇ ਵਿੱਚ ਹੋਵੇ, ਇਹ ਮੁੱਖ ਮੰਤਰੀ ਭਗਵੰਤ ਮਾਨ ਨੇ ਦੇਖਣਾ। ਸਰਦਾਰ ਹਰਮੀਤ ਸਿੰਘ ਜੀ, ਇੱਕ ਆਖਰੀ ਟਿੱਪਣੀ ਇਹਦੇ ਤੇ ਮੈਂ ਜ਼ਰੂਰ ਤੁਹਾਡੇ ਤੋਂ ਚਾਹੂੰਗਾ। ਤੇ ਦੂਜਾ, ਜੋ ਅੱਜ ਪਾਰਲੀਮੈਂਟ ਦੇ ਵਿੱਚ ਇੱਕ ਬਿੱਲ ਪੇਸ਼ ਕੀਤਾ ਜਿਹਨੇ ਕਾਨੂੰਨ ਬਣ ਜਾਣਾ ਕਿ ਹੁਣ ਅਹਿਮ ਨਿਯੁਕਤੀਆਂ ਦੇ ਵਿੱਚ ਭਾਰਤ ਦੇ ਮੁੱਖ ਜੱਜ ਨਹੀਂ ਬੈਠ ਸਕਣਗੇ, ਇਹ ਸਵਾਲ ਕਾਫੀ ਰੌਚਕ ਹੈ। ਇਹ ਕਿਵੇਂ ਕਾਨੂੰਨ ਇਸ ਤਰ੍ਹਾਂ ਦੇ ਬਣਾ ਲਏ ਜਾਂਦੇ ਆ? ਕਿਉਂਕਿ ਸੁਪਰੀਮ ਕੋਰਟ ਪਾਰਲੀਮੈਂਟ ਦੇ ਵਿੱਚ ਬਣੇ ਕਾਨੂੰਨ ਨੂੰ ਭੰਗ ਨਹੀਂ ਕਰ ਸਕਦੀ, ਤੋੜ ਭੰਨ ਨਹੀਂ ਸਕਦੀ, ਉਹਦੀ ਵਿਆਖਿਆ ਕਰ ਸਕਦੀ ਹੈ। ਇਹ ਇੱਕ ਬੜੀ ਰੌਚਕ ਗੱਲ ਹੋਈ ਹੈ, ਇਹਦੇ ਨਾਲ ਵੀ ਸਾਂਝ ਪਵਾ ਦਿਓ। ਅਸਲ ਦੇ ਵਿੱਚ ਇਹਦਾ ਤਾਂ ਇਹੀ ਮਾਮਲਾ ਮੇਰੇ ਯਾਦ ਤਾਂ ਇਹ ਆਇਆ ਨਾ ਕਿ ਜਿਹੜੀ ਸਰਕਾਰ ਦੀ ਸਭ ਤੋਂ ਬੜੀ ਪ੍ਰਾਪਤੀ ਵਜੋਂ ਦੇਖਿਆ ਜਾ ਰਿਹਾ ਸੀ ਆਉਣ ਸਮੇਂ ਪਿਛਲਾ 1 ਸਾਲ, ਉਹ ਸੀ ਵੀ ਪੰਚਾਇਤੀ ਜ਼ਮੀਨਾਂ ਛਡਾ ਲੈਣੀਆਂ ਨੇ, ਜਿੱਥੇ ਚੀਫ ਮਿਨਿਸਟਰ ਆਪ ਮੌਕੇ ਤੇ ਜਾ ਕੇ, ਮੰਤਰੀ ਕੁਲਦੀਪ ਧਾਲੀਵਾਲ ਜਾ ਕੇ ਕਹਿੰਦੇ ਸੀ ਅੱਜ ਇੰਨੇ ਲੱਖ ਦਾ ਸਰਕਾਰ ਨੂੰ ਕਰੋੜ ਦਾ ਫਾਇਦਾ ਹੋ ਗਿਆ। ਹਾਲਾਂਕਿ ਉਹ ਕਰੋੜਾਂ ਦਾ ਫਾਇਦਾ ਸਰਕਾਰ ਨੂੰ ਡਾਇਰੈਕਟ ਨਹੀਂ ਸੀ, ਉਹ ਪੰਚਾਇਤਾਂ ਨੂੰ ਹੋਣਾ ਸੀ। ਠੀਕ ਹੈ, ਉਹਨਾਂ ਕੋਲ ਜਾਣਾ ਚਾਹੀਦਾ ਸੀ, ਪਰ ਉਹਨਾਂ ਨੇ ਕਿਹਾ ਵੀ ਪੈਸੇ ਹੀ ਪੈਸੇ ਨੇ, ਹੁਣ ਤਾਂ ਆਪਾਂ ਇੰਨੀਆਂ ਛਡਾ ਲਈਆਂ। ਤੇ ਉਦੋਂ ਬਾਅਦ ਲੋਕ ਹਾਈ ਕੋਰਟ ਚਲੇ ਗਏ, ਉਹਦੇ ਚ ਬਹੁਤ ਸਾਰੇ ਵਿਚਾਰੇ ਉਹਨਾਂ ਦੀਆਂ ਛਡਾਈਆਂ ਜਿਹੜੇ ਕਾਬਜ਼ਕਾਰ ਸੀ, ਜਿਹੜੇ ਕੋਈ ਪਾਕਿਸਤਾਨ ਨੂੰ ਆਇਆ ਸੀ, ਜਿਨ੍ਹਾਂ ਨੇ ਜ਼ਮੀਨਾਂ ਆਬਾਦ ਕੀਤੀਆਂ ਸੀ, ਆਬਾਦਕਾਰ ਸੀ, ਔਰ ਜਿਹੜੇ ਰਸੂਖਦਾਰ ਸੀ ਉਹ ਤਾਂ ਫਿਰ ਰਹਿ ਗਏ, ਜਿਹੜੇ ਜਿੱਥੇ ਜਿੱਥੇ ਆ ਫੀਤਾ ਫੇਰ ਰਹੇ ਸੀ ਕਿ ਸੁਖ ਵਿਲਾਸ ਦਾ ਵੀ ਆਪਾਂ ਅੰਦਰ ਕਰਨਾ, ਬਾਕੀ ਵੀ ਉਹ ਮੰਤਰੀ ਉਹ ਚਲੇ ਗਏ ਪਹਿਲਾਂ ਤਾਂ। ਤੇ ਇਦੋਂ ਪਹਿਲਾਂ ਹੀ ਇਹਦਾ ਮਤਲਬ ਮੰਤਰੀ ਉਸ ਢਾਲ ਤੇ ਵੀ ਪੈ ਗਏ ਫਿਰ ਕਿਸੇ ਨਾ ਕਿਸੇ ਰੂਪ ਦੇ ਵਿੱਚ, ਵੀ ਜੇ ਇਹ ਨਹੀਂ ਛਡਾਈਆਂ ਜਾਂਦੀਆਂ ਤਾਂ ਆਪਾਂ ਹੋਰ ਕੰਮ ਕਰ ਲੈਂਦੇ ਆ ਦੂਜਾ, ਤੇ ਪੰਚਾਇਤੀ ਜ਼ਮੀਨਾਂ ਆਪਾਂ ਦੂਜੇ ਪ੍ਰਾਈਵੇਟ ਬੰਦਿਆਂ ਦੇ ਨਾਂ ਲਾਉਣਾ ਸ਼ੁਰੂ ਕਰ ਦਿੰਦੇ ਆ। ਇਹਦਾ ਮਤਲਬ ਮਿਲੀ ਭੁਗਤੋ ਪ੍ਰਾਈਵੇਟ ਵਾਲੇ ਦੂਜੇ ਪਾਸੇ ਨੂੰ ਚੱਲ ਪਈ, ਉਲਟੀ ਗੰਗਾ ਦੂਜੇ ਪਾਸੇ ਨੂੰ ਚਲਾਉਣੀ ਸ਼ੁਰੂ ਕਰਤੀ, ਜਿਵੇਂ ਮੁਹਾਵਰਾ ਹੁੰਦਾ। ਇਹਦਾ ਮਤਲਬ ਕਮਿਟਮੈਂਟ ਤੁਹਾਡੀ ਕਿੱਧਰ ਨੂੰ ਹੈ, ਇਹ ਸ਼ੋਅ ਨਹੀਂ ਹੁੰਦੀ ਉਸ ਮਾਮਲੇ 'ਚ। ਇੱਕ ਪ੍ਰਚਾਰ ਦਾ ਮੁਹਿੰਮ ਦਿਖਾਈ ਦਿੰਦੀ ਹੈ, ਉਹਦੇ 'ਚ ਗੰਭੀਰਤਾ ਨਹੀਂ ਦਿਖਾਈ ਦਿੰਦੀ। ਦੂਜੀ ਗੱਲ, ਜਿਹੜਾ ਇਹ ਬਹੁਤ ਮਹੱਤਵਪੂਰਨ ਬਿੱਲ ਹੈ, ਪਿਛਲੇ ਸਾਲ ਨਾ ਐਸੇ ਸਾਲ ਮਾਰਚ ਮਹੀਨੇ ਦੇ ਵਿੱਚ ਸੁਪਰੀਮ ਕੋਰਟ ਦੇ ਵਿੱਚ ਇੱਕ ਬਹੁਤ ਵੱਡੇ ਪੱਧਰ ਤੇ ਸਰਕਾਰ ਦੀ ਫਜ਼ੀਅਤ ਹੋਈ ਸੀ। ਅਰਨ ਗੋਇਲ ਨਾਂ ਦਾ ਇੱਕ IAS ਅਫਸਰ, ਉਹਨੇ ਪ੍ਰੀਮੈਚੁਰ ਰਿਟਾਇਰਮੈਂਟ ਲੈ ਕੇ, ਜਿਹਨੂੰ ਕਹਿੰਦੇ ਆ, ਤੇ ਅੱਜ ਉਹ ਰਿਟਾਇਰਮੈਂਟ ਲੈਂਦਾ, ਉਹਨੂੰ 3 ਦਿਨ ਬਾਅਦ ਲਗਾ ਦਿੱਤਾ ਜਾਂਦਾ ਹੈ ਇਲੈਕਸ਼ਨ ਕਮਿਸ਼ਨਰ ਆਫ ਇੰਡੀਆ। ਔਰ ਉਹਦੇ ਚ ਲੋਕਾਂ ਨੇ ਇਹ ਕਿਹਾ ਕਿ ਕਿਹੜੇ ਪ੍ਰੋਸੀਜਰ ਨੂੰ, ਸੁਪਰੀਮ ਕੋਰਟ ਨੇ ਲਗਾਤਾਰ ਪੁੱਛਿਆ ਸੀ ਗਵਰਨਮੈਂਟ ਆਫ ਇੰਡੀਆ ਤੋਂ
ਕਿ ਤੁਸੀਂ ਕਿਹੜਾ ਪ੍ਰੋਸੀਜਰ ਫਾਲੋ ਕੀਤਾ ਹੈ। ਐਵੇਂ ਕਿਵੇਂ ਪਤਾ ਲੱਗ ਗਿਆ ਕਿ ਤੁਹਾਨੂੰ ਇਸ ਤਰੀਕੇ ਦੇ ਨਾਲ ਕੋਈ ਕਮੇਟੀ ਨਹੀਂ, ਕੋਈ ਸਰਚ ਕਮੇਟੀ, ਬਾਕੀ ਬੰਦੇ ਵੀ ਤਾਂ ਹੋਣਗੇ। ਇੱਕ ਬੰਦੇ ਨੇ ਮਤਲਬ ਪ੍ਰੀ ਮੈਚੁਰ ਰਿਟਾਇਰਮੈਂਟ ਹੀ ਇਸ ਕਰਕੇ ਲਈ ਹੈ ਤੁਹਾਡੇ ਨਾਲ ਮਿਲੀ ਭੁਗਤ ਕਰਕੇ, ਉਹਨੂੰ ਤੁਸੀਂ ਲਾ ਦਿੰਦੇ ਹੋ। ਔਰ ਤੁਹਾਨੂੰ ਇਹ ਵੀ ਪਤਾ ਹੈ ਕਿ ਅਗਲੇ ਵਾਰ 2024 ਫਰਵਰੀ ਜਾਂ ਕਦੋਂ ਜਦੋਂ ਹੋਣ ਵਾਲੇ ਚੀਫ ਕਮਿਸ਼ਨਰ ਨੇ ਰਿਟਾਇਰ ਹੋਣਾ ਹੈ, ਤਾਂ ਇਸ ਤੋਂ ਬਾਅਦ ਇਹਦੀ ਵਾਰੀ ਆ ਜਾਣੀ ਹੈ, ਦੂਜੇ ਰਿਟਾਇਰ ਹੋ ਜਾਣੇ ਨੇ, ਚੀਫ ਕਮਿਸ਼ਨਰ ਵੰਡ ਤੱਕ ਵੀ ਚਲੇ ਜਾਣਾ ਹੈ ਕਿਸੇ ਨਾ ਕਿਸੇ ਰੂਪ ਦੇ ਵਿੱਚ। ਵੀ ਇਹ ਕਿਤੇ ਨਾ ਕਿਤੇ ਉਹ ਪ੍ਰੋਸੀਜਰ ਦੀ ਉਲੰਘਣਾ ਤੇ ਬਾਕੀ ਵੀ ਉਹਦੇ ਪਿੱਛੇ ਨੀਅਤ ਤੇ ਵੀ ਸ਼ੱਕ ਕੀਤਾ ਗਿਆ ਸੀ। ਤਾਂ ਉਸ ਤੋਂ ਬਾਅਦ ਮਤਲਬ ਸਰਕਾਰ ਨੇ ਆਪਣਾ ਹਲਫੀਆ ਬਿਆਨ ਵੀ ਦਿੱਤਾ, ਸਾਰੇ ਕੁਝ ਦਿੱਤੇ ਸੀ। ਸੁਪਰੀਮ ਕੋਰਟ ਉਹਦੇ ਨਾਲ ਸੰਤੁਸ਼ਟ ਨਹੀਂ ਸੀ ਹੋਇਆ। ਸੁਪਰੀਮ ਕੋਰਟ ਨੇ ਇੱਕ ਜੱਜਮੈਂਟ ਦਿੱਤੀ ਸੀ। ਇਸ ਤੋਂ ਬਾਅਦ ਸੁਪਰੀਮ ਕੋਰਟ ਨੇ ਇਹ ਜੱਜਮੈਂਟ ਦਿੱਤੀ ਸੀ ਕਿ ਅੱਗੇ ਨੂੰ ਆਉਣ ਵਾਲੇ ਦਿਨਾਂ 'ਚ ਜਿਹੜਾ ਚੀਫ ਇਲੈਕਸ਼ਨ ਕਮਿਸ਼ਨਰ ਤੇ ਇਲੈਕਸ਼ਨ ਕਮਿਸ਼ਨਰ 3 ਮੈਂਬਰੀ, ਉਹਨਾਂ 3 ਮੈਂਬਰੀ ਦੀ ਜਿਹੜੀ ਚੋਣ ਹੋਏਗੀ, ਉਹ ਚੋਣ 3 ਬੰਦਿਆਂ ਦੀ ਕਮੇਟੀ ਕਰੂਗੀ। ਪ੍ਰਾਈਮ ਮਿਨਿਸਟਰ ਆਫ ਇੰਡੀਆ, ਲੀਡਰ ਆਫ ਆਪੋਜੀਸ਼ਨ ਜਿਹੜਾ ਲੋਕ ਸਭਾ ਦੇ ਵਿੱਚ ਹੈ, ਤੇ ਤੀਜਾ ਚੀਫ ਜਸਟਿਸ ਆਫ ਇੰਡੀਆ। ਇਹ 3 ਮੈਂਬਰੀ ਕਮੇਟੀ ਹੋਏਗੀ ਜਿਹੜੀ ਚੋਣ ਕਰਿਆ ਕਰੇਗੀ। ਤੇ ਹੁਣ ਸਰਕਾਰ ਨੇ ਜਿਹੜਾ ਬਿੱਲ ਲਿਆਂਦਾ ਹੈ ਉਹਦੇ 'ਚ ਨਵੀਆਂ ਗੱਲਾਂ ਕੀਤੀਆਂ। ਪਹਿਲੀ ਗੱਲ ਤਾਂ ਚੀਫ ਜਸਟਿਸ ਆਫ ਇੰਡੀਆ ਕੱਢਤਾ ਹੈ, ਉਹਦੇ 'ਚ ਹੁਣ 3 ਬੰਦੇ ਹੋਣਗੇ, ਇੱਕ ਪ੍ਰਾਈਮ ਮਿਨਿਸਟਰ, ਇੱਕ ਲੀਡਰ ਆਫ ਆਪੋਜੀਸ਼ਨ, ਇੱਕ ਪ੍ਰਾਈਮ ਮਿਨਿਸਟਰ ਦਾ ਨੁਮਾਇੰਦਾ, ਕੋਈ ਵੀ ਕੈਬਨਿਟ ਮਿਨਿਸਟਰ, ਮਤਲਬ ਵਰਚੁਅਲੀ ਸਰਕਾਰ ਹੀ ਹੋਏਗੀ ਜਿਹੜਾ ਵੀ ਉਹਦੇ 'ਚ ਉਹ ਹੋਏਗਾ। ਤੇ ਹੁਣ ਚੀਫ ਜਸਟਿਸ ਤੋਂ ਥੋੜਾ ਜਿਹਾ ਕਈ ਵਾਰ ਉਹਨਾਂ ਨਾਲ ਮਤ ਨਹੀਂ ਮਿਲਦੀ ਹੁੰਦੀ, ਇੱਕ ਅਲੱਗ ਟਾਈਪ ਦਾ ਮਾਈਂਡ ਹੁੰਦਾ, ਤਾਂ ਪ੍ਰੋਬਲਮ ਖੜੀ ਹੋ ਜਾਂਦੀ ਹੈ ਬੜੀ ਵਾਰ। ਦੂਜੀ ਗੱਲ ਉਹਦੇ 'ਚ ਇਹ ਕਰਤੀ ਹੈ ਕਿ ਜਿਹੜੀ 3 ਮੈਂਬਰੀ ਜ਼ਰੂਰ ਪੱਕੇ ਤੌਰ ਤੇ ਸੁਪਰੀਮ ਕੋਰਟ ਨੇ ਇਹ ਕਰਤਾ ਸੀ ਕਿ 3 ਮੈਂਬਰੀ ਇਲੈਕਸ਼ਨ ਕਮਿਸ਼ਨ, ਉਹਨਾਂ ਨੇ ਕਰਤਾ ਕਿ ਪ੍ਰਾਈਮ ਮਿਨਿਸਟਰ ਦੀ ਐਡਵਾਈਸ ਨਾਲ ਪ੍ਰੈਜ਼ੀਡੈਂਟ ਸਮੇਂ-ਸਮੇਂ ਤੇ ਜਿੰਨੇ ਮੈਂਬਰੀ ਉਹਨੂੰ ਕਹਿਣਗੇ ਕਿ ਇੰਨੇ ਮੈਂਬਰੀ ਕਮਿਸ਼ਨ ਹੋ ਸਕਦਾ, ਤਾਂ ਉਹਦੇ ਮੁਤਾਬਕ ਉਹ ਕਮਿਸ਼ਨਰ ਨਿਯੁਕਤ ਕੀਤੇ ਜਾਇਆ ਕਰਨਗੇ। ਇਟ ਮੀਨ ਜੋ ਵੀ ਕੈਜੂਅਲ ਰੱਖ ਲਿਆ ਕਿ ਤੁਸੀਂ ਉਹਨੂੰ ਘਟਾ ਵੀ ਸਕਦੇ ਹੋ, ਮਰਜ਼ੀ ਮੁਤਾਬਕ ਵਧਾ ਵੀ ਸਕਦੇ ਹੋ, ਤੇ ਉਹ ਵੀ 3 ਮੈਂਬਰੀ ਹੁਣ ਨਹੀਂ ਹੋਏਗਾ ਇੱਕ ਸਮੇਂ ਦੇ ਵਿੱਚ। ਇਹ 2 ਬੜੀਆਂ ਵੱਡੀਆਂ ਤਬਦੀਲੀਆਂ ਨੇ। ਇੱਕ ਤਾਂ ਮੇਰੇ ਖਿਆਲ ਨਾਲ ਸਰਕਾਰ ਇਹ ਚਾਹੁੰਦੀ ਹੈ ਵੀ ਕੋਈ ਵੀ ਕਿਸੇ ਕਮੇਟੀ 'ਚ ਇਹੋ ਜਿਹਾ ਨਾ ਹੋਵੇ ਰੋਕਣ ਵਾਲਾ ਕੋਈ ਬੰਦਾ ਜਿਹੜਾ ਉਹ ਸਰਕਾਰ ਦੀ ਬਿੱਲ ਦੇ ਮੁਤਾਬਕ ਕੰਮ ਨਾ ਕਰ ਸਕੇ, ਔਰ ਉਹ ਬਾਈਪਾਸ ਹੋ ਗਿਆ, ਪਾਸ ਹੋ ਜਾਣਾ ਹੈ, ਮੈਜੋਰਟੀ ਹੈਗੀ ਹੈ, ਤਾਂ ਅੱਗੇ ਨੂੰ ਫਿਰ ਮੇਰੇ ਖਿਆਲ ਹੈ ਇਹੋ ਜਿਹੀਆਂ ਜਿਹੜੀਆਂ ਨਿਯੁਕਤੀਆਂ ਹੁੰਦੀਆਂ ਨੇ, ਨਿਯੁਕਤੀਆਂ ਤੇ ਸੋਲ ਪਾਵਰਫੁਲ ਗਵਰਨਮੈਂਟ ਦੁਬਾਰਾ ਬਣ ਜਾਣੀ ਹੈ ਉਸ ਪੱਧਰ ਦੇ ਉੱਤੇ। ਜਿਵੇਂ ਹੁਣ ਆਰਡੀਨੈਂਸ ਦੇ ਮਾਮਲੇ ਦੇ ਵਿੱਚ ਵੀ ਸਰਕਾਰ ਨੇ ਉਹੀ ਕੀਤਾ, ਸੁਪਰੀਮ ਕੋਰਟ ਦੀ ਜੱਜਮੈਂਟ ਨੂੰ ਉਹ ਕਰਕੇ ਬਿੱਲ ਪਾਸ ਕਰਾ ਲਿਆ ਆਪਣਾ। ਦਿੱਲੀ ਦੇ ਮਾਮਲੇ ਦੇ ਵਿੱਚ, ਵੱਖ-ਵੱਖ ਸਾਰੇ ਮਾਮਲਿਆਂ ਦੇ ਵਿੱਚ ਹੁਣ ਸਰਕਾਰਾਂ ਅੱਗੇ ਰਿਸਪੈਕਟ ਕਰਦੀਆਂ ਸੀ ਸੁਪਰੀਮ ਕੋਰਟ ਦੀਆਂ। ਬਹੁਤ ਕ੍ਰਿਟੀਕਲ ਮਾਮਲੇ ਦੇ ਵਿੱਚ ਹੀ ਸੁਪਰੀਮ ਕੋਰਟ ਨੂੰ ਨਜ਼ਰਅੰਦਾਜ਼ ਕਰਕੇ ਕੋਈ ਬਿੱਲ ਲਿਆਂਦਾ ਜਾਂਦਾ ਸੀ, ਜਿੱਥੇ ਬਹੁਤ ਜ਼ਿਆਦਾ ਕੋਈ ਰੌਲਾ ਪੈਣ ਦੀ ਸੰਭਾਵਨਾ ਹੋਵੇ, ਕੋਈ ਕਿਸੇ ਕਮਿਊਨਿਟੀ ਦਾ ਇਹੋ ਜਿਹਾ ਕੋਈ ਮਾਮਲਾ ਆ ਜੇ, ਨਹੀਂ ਤਾਂ ਨਹੀਂ ਸੀ। ਪਰ ਹੁਣ ਨਾਰਮਲ ਕੇਸਾਂ ਦੇ ਵਿੱਚ ਵੀ ਸਾਰਿਆਂ ਦੇ ਵਿੱਚ ਤੁਸੀਂ ਇਹ ਕਰਨ ਲੱਗ ਗਏ ਹੋ। ਇਹ ਰੁਝਾਨ ਬਹੁਤ ਮੇਰੇ ਖਿਆਲ ਹੈ ਖਤਰਨਾਕ ਰੁਝਾਨ। ਇਹ ਖਤਰਨਾਕ ਰੁਝਾਨ ਨੇ। ਸਰਦਾਰ ਜਗਤਾਰ ਸਿੰਘ ਜੀ, ਇੱਕ ਟਿੱਪਣੀ। ਇਹ ਇੰਸਟੀਟਿਊਸ਼ਨਸ ਤੇ ਜਿਹੜਾ ਲਗਾਤਾਰ ਕਬਜ਼ਾ ਕੀਤਾ ਜਾ ਰਿਹਾ ਹੈ ਪ੍ਰੈਜ਼ੀਡੈਂਟ ਰਜੀਮ ਵੱਲੋਂ, ਇਹ ਉਹਦੇ ਵਿੱਚ ਉਹਦੇ ਫਰੇਮਵਰਕ ਦੇ ਵਿੱਚ ਦੇਖਿਆ ਜਾਣਾ ਚਾਹੀਦਾ ਹੈ। ਲਗਾਤਾਰ ਇਹ ਸਰਕਾਰ ਮਤਲਬ ਇੱਕ ਹੁਣ ਤੱਕ ਜੇ ਕੋਈ ਇੰਸਟੀਟਿਊਸ਼ਨ ਬਚਿਆ ਹੈ ਥੋੜਾ ਬਹੁਤ, ਤੇ ਸੁਪਰੀਮ ਕੋਰਟ ਬਾਰੇ ਕਿਹਾ ਜਾਂਦਾ ਹੈ ਵੀ ਸੁਪਰੀਮ ਕੋਰਟ ਦੇ ਵਿੱਚ ਹਜੇ ਫਿਰ ਵੀ ਕੋਈ ਇੰਡੀਪੈਂਡੈਂਸ ਹੈਗੀ ਹੈ, ਜਦਕਿ ਸਰਕਾਰ ਸੁਪਰੀਮ ਕੋਰਟ ਨੂੰ ਵੀ ਟਾਰਗੇਟ ਪਹਿਲਾਂ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ। ਇਸ ਤੋਂ ਪਹਿਲਾਂ ਲਾ ਮਿਨਿਸਟਰ ਕਿਰਨ ਰਿਜਿਜੂ ਦੇ ਕੋਈ ਸਟੇਟਮੈਂਟ ਆਈਆਂ ਸੀਗੀਆਂ ਜੀ ਤੋਂ ਇਹ ਇੰਡੀਕੇਸ਼ਨ ਮਿਲ ਰਹੀ ਸੀਗੀ ਕਿ ਸਰਕਾਰ ਸੁਪਰੀਮ ਕੋਰਟ ਤੇ ਵੀ ਆਪਣੇ ਢੰਗ ਨਾਲ ਕੋਈ ਚੇਂਜਸ ਕਰਨਾ ਚਾਹੁੰਦੀ ਹੈ ਸਿਸਟਮ ਦੇ ਵਿੱਚ। ਸੋ ਇਹ ਬਹੁਤ ਸ਼ਾਰਪ ਅਟੈਕ ਇੱਕ ਲੈਵਲ ਤੇ ਆ ਕੇ ਜਿਹੜੀ ਜੁਡੀਸ਼ੀਅਲ ਇੰਡੀਪੈਂਡੈਂਸ, ਸਿਸਟਮ ਦੀ ਇੰਡੀਪੈਂਡੈਂਸ ਤੇ ਡੈਮੋਕ੍ਰੇਸੀ ਦੀ ਬੇਸਿਕ ਫੰਕਸ਼ਨਿੰਗ ਹੈ, ਜਿਹਦੇ ਵਿੱਚ ਲੈਜਿਸਲੇਚਰ, ਜੁਡੀਸ਼ਰੀ, ਬਾਕੀ ਐਗਜ਼ੈਕਟਿਵ ਕਿਵੇਂ ਫੰਕਸ਼ਨ ਕਰਨਾ ਹੈ, ਮੇਰਾ ਖਿਆਲ ਹੈ ਉਹ ਤੇ ਇੱਕ ਬਹੁਤ ਲਗਾਤਾਰ ਅਟੈਕ ਆ ਰਿਹਾ ਹੈ ਤੇ ਉਹਦਾ ਹਿੱਸਾ ਹੈ। ਬਹੁਤ ਮਿਹਰਬਾਨੀ, ਬਹੁਤ ਧੰਨਵਾਦ। ਥੈਂਕ ਯੂ। ਸ਼ੁਕਰੀਆ ਜੀ।